खून शहीदां दा तकदीर बदलदी कौमां दी। रंबियां नल खोपर लैंदे जद तस्वीर बदलदी कौमां दी। देगां विच जद उबले कोई शांति दे सोमे चल पैंदे। जद चरबी टले शहीदां दी आसां दे दीवे जग पैंदे। टुटण जद तारे अरशां चों जोगां चों चानण हो जावे। उसरे जद कंध मसूमां ते टट्ठी हुई कौम खलो जावे। उसरे जद कंध मसूमां ते टट्ठी हुई कौम खलो जावे। जुगो जुग अटल चवर छतर तखत दे मालक, कलजो के जहाज, बाणी के बोहित, हलत पलत के रक्षक, शब्द गुरु जगत गुरु साहब श्री गुरु ग्रंथ साहब जीआं दी हजूरी अंदर साहबजादियां तिन्नां प्यारियां होर शहीदां ਸਿੰਘਾਂ ਦੀ याद ਵਿੱਚ जुड़ बैठी गुरु प्यारी गुरु सवारी साध संगत जीओ। श्री गुरु ग्रंथ साहब महाराज जी का फरमान है, सतगुर जिन्नी ना सेवियो शब्द न कीतो विचार, अंतर ज्ञान न आयो मृतक है संसार। जिसने मानस जन्म लै करके कदे शब्द की विचार नहीं कीती, उस अकाल पुरख का सिमरन नहीं किया, उस जीव आत्मा नूं कदे ज्ञान आ ही नहीं सकता। गुरु अमरदास पातशाह जी बड़ा ही वैराग विच आके बचन करते हैं। जिवें मैं उहदी अखरी अर्थां च व्याख्या करनी होवे ते किसी प्यारे नूं कोई धर्म दा आगू, कोई ज्ञानी, कोई कीर्तनिया, कविशर, कथावाचक आवाज़ मार के पुछ लवे कि गुरु गोबिंद सिंह साहब दे साहबजादियां नूं दुध पिआउण दी सेवा किसने कीती सी, जां सब तो महंगी धरती किहड़ी विकी सी, जां साहबजादियां दा ते शहीदां ਸਿੰਘਾਂ दा संस्कार किसने कीता सी, जां ਉਹ हवेली किस दी सी, जां गुरु गोबिंद सिंह महाराज ने आनंदपुर साहब दा किला क्यों छड्डिया। ते जदों सानू पता ना होवे, कोई विद्वान ये गल कह देवे भाई तू इंसान नहीं पशु हाँ, ते असीं एकदम कहांगे ਗਿਆਨੀ जी ਤੁਹਾਨੂੰ किन्ने हक दिता सानू पशु कहण दा। पर गुरमुखो जिन्ने कथावाचक प्रचारक ਹਨ, ਅਸੀਂ ਤੇ गुरु साहब ਦਾ ਸੁਨੇਹਾ ਅਗਾਂਹ ਪਹੁੰਚਾਉਣਾ ਹੈ। ਸਭ ਤੋਂ ਵਧੀਆ ਉਦਾਹਰਣ ਸੈਨਾ ਵਿੱਚ ਹੈ ਕਿ ਜੋ BHM RHM ਆਰਡਰ ਲੈ ਕੇ ਆਉਂਦਾ, ਆਰਡਰ ਨਹੀਂ ਉਹਦੇ ਹੁੰਦੇ, ਆਰਡਰ ਤੇ ਹੁੰਦੇ ਉੱਪਰੋਂ CO ਸਾਹਿਬ ਦੇ ਜਾਂ ਹੋਰ ਅਧਿਕਾਰੀਆਂ ਦੇ, ਉਹਨੇ ਵਿਚਾਰੇ ਨੇ ਗਾਂਹ ਸੁਣਾਉਣੇ ਹੁੰਦੇ ਆ। ਅਸੀਂ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਜਿਹੜਾ ਉਹ ਤੁਹਾਡੇ ਤੱਕ ਪਹੁੰਚਾਉਣਾ ਹੁੰਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਆਖਦੇ ਹਨ, ਜਿਨੀ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ। ਜਿਨੇ ਮਨੁੱਖ ਜਨਮ ਲੈ ਕੇ ਪਰਮਾਤਮਾ ਨੂੰ ਸਿਮਰਿਆ ਨਹੀਂ, ਸ਼ਬਦ ਗੁਰਬਾਣੀ ਦੀ ਵਿਚਾਰ ਨਹੀਂ ਕੀਤੀ, ਅਜੇ ਤੇ ਇੱਕ ਓਂਕਾਰ ਤੋਂ ਲੈ ਕੇ 18-20 तक गुरु ग्रंथ साहब के दर्शन नहीं कर सके, इन्नी उम्र हो गई एक एक सहज पाठ नहीं कर सके, विचारांगे कदों ते इंसानां दी कतार विच कदों आवांगे। गुरु साहब उन्हां वास्ते आखदे हन, जिन्नी सतगुर पुरख न सेवियो शब्द न कीतो विचार, ओए मानस जून ना आखीन। उन्हां नूं मनुख नहीं कहना चाहिए। सतगुरु जी की कह दईए, महाराज कहते पशु ढोर गवार, वो पशुआं दी न्याई हन। वैसे गुरमुखो बड़ा आसान जिहा तरीका है, तुसीं अपने जन्मदिन वाले दिन सहज पाठ की आरंभता करो। जे तुसीं 4 अंग रोज़ दे कर लोगे ना,
3 ਟਾਈਮ ਤੇ ਪ੍ਰਸ਼ਾਦਾ ਛਕਦੇ ਹਾਂ ਤੇ 2-3 ਟਾਈਮ ਚਾਹ ਪੀਂਦੇ ਹਾਂ। ਇਹ ਪ੍ਰਣ ਕਰ ਲਓ ਕਿ ਜਦੋਂ ਇੱਕ ਅੰਗ ਨਹੀਂ ਪਾਠ ਕੀਤਾ, ਸਹਿਜ ਪਾਠ, ਉਦੋਂ ਮੈਂ ਪ੍ਰਸ਼ਾਦਾ ਹੀ ਨਹੀਂ ਛਕਣਾ। ਅੱਜ ਕੱਲ੍ਹ ਤੇ ਮੋਬਾਇਲਾਂ ਦੇ ਵਿੱਚ ਵੀ ਹੈ, ਕਈ ਵੀਰ ਪੁੱਛਦੇ ਸਹਿਜ ਪਾਠ ਮੋਬਾਇਲ ਤੋਂ ਕੀਤਾ ਜਾ ਸਕਦਾ? ਗੁਰਮੁਖੋ ਨਾ ਕਰਨ ਨਾਲੋਂ ਤੇ ਚੰਗਾ ਹੈ ਨਾ। ਹੁਣ ਜੇ ਕੋਈ ਕਵੇ ਕਿ ਤੁਰਿਆਂ ਜਾਂਦਿਆਂ ਰੋਟੀ ਖਾਧੀ ਜਾ ਸਕਦੀ, ਜਦੋਂ ਭੁੱਖ ਲੱਗੀ ਹੋਵੇ ਤੇ ਬੰਦਾ ਤੁਰਿਆਂ ਫਿਰਦਿਆਂ ਹੀ ਖਾ ਲੈਂਦਾ। ਇਹ ਭੋਜਨ ਸਾਡੇ ਸਰੀਰ ਦੀ ਆਵਸ਼ਕਤਾ ਹੈ ਤੇ ਭਜਨ ਸਾਡੀ ਜ਼ਮੀਰ ਦੀ ਆਵਸ਼ਕਤਾ ਹੈ। ਭੋਜਨ ਸਾਡੇ ਤਨ ਦੀ ਖੁਰਾਕ ਹੈ, ਭਜਨ ਸਾਡੇ ਮਨ ਦੀ ਖੁਰਾਕ ਹੈ। ਤੇ ਜੇ ਇੱਕ ਅੰਗ ਵੀ ਰੋਜ਼ ਦਾ ਕਰਾਂਗੇ ਨਾ ਤੇ ਤਾਂ ਵੀ 4 ਸਾਲ 'ਚ ਸਹਿਜ ਪਾਠ ਦਾ ਭੋਗ ਪੈ ਜਾਂਦਾ। ਤੇ ਘਰਾਂ ਦੇ ਵਿੱਚ ਤਕਰੀਬਨ ਮਿਨੀਮਮ 4 ਜੀਤ ਹੈ ਨਾ, ਸਾਰੇ ਚਾਹੁੰਦੇ ਪਰਿਵਾਰ ਦੀ ਚੜ੍ਹਦੀ ਕਲਾ ਹੋਵੇ, ਸੁੱਖ ਸ਼ਾਂਤੀ ਵਰਤੇ, ਤੇ ਸਾਰੇ ਜੀ ਇੱਕ ਅੰਗ ਹੀ ਰੋਜ਼ ਸਹਿਜ ਪਾਠ ਦਾ ਕਰ ਲਓਗੇ ਨਾ ਤਾਂ ਵੀ 1 ਸਾਲ ਵਿੱਚ ਪਰਿਵਾਰ ਦੀ ਸੁੱਖ ਸ਼ਾਂਤੀ ਕਰਕੇ ਸਹਿਜ ਪਾਠ ਦਾ ਭੋਗ ਪੈ ਜਾਏਗਾ। ਸਤਿਗੁਰ ਕਹਿੰਦੇ ਜਿਨੀ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾ ਆਖੀਐ ਨਾ ਪਸ਼ੂ ਢੋਰ ਗਵਾਰ। ਭੋਜਨ ਨਹੀਂ ਮਿਲਿਆ ਤੇ ਸਰੀਰ ਮੁਰਦਾ, ਭਜਨ ਨਹੀਂ ਮਿਲਿਆ ਤੇ ਜ਼ਮੀਰ ਮੁਰਦਾ ਹੈ। ਸੋ ਆਓ ਅੱਜ ਦੇ ਇਤਿਹਾਸ ਨਾਲ ਜੁੜਨਾ ਕਰੀਏ। ਇੱਕ ਵਾਰੀ ਆਪਣੀ ਸੁਰਤ ਨੂੰ ਲੈ ਕੇ ਜਾਓ, ਚਮਕੌਰ ਦੀ ਗੜੀ ਦੇ ਵਿੱਚ ਲਾਸ਼ਾਂ ਦੇ ਢੇਰ ਲੱਗੇ ਹੋਏ ਹਨ। ਕਲਗੀਧਰ ਪਾਤਸ਼ਾਹ ਮਮਟੀ ਤੇ ਖੜੇ ਵੰਗਾਰਦੇ ਹਨ। ਸਤਿਗੁਰਾਂ ਦੇ ਚਰਨਾਂ 'ਚ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੇ 43 ਕੁ ਸੈਨਿਕਾਂ ਨੂੰ ਇਸ ਤਰ੍ਹਾਂ ਵੰਗਾਰ ਪਾਉਂਦੇ ਹਨ। ਬੋਲੇ ਫਿਰ ਦਸ਼ਮੇਸ਼ ਜੀ ਖੰਡਾ ਲਿਸ਼ਕਾ ਕੇ, 10 ਲੱਖ ਵੈਰੀ ਪਾ ਲਿਆ ਹੈ ਘੇਰਾ ਆ ਕੇ। ਮੈਂ ਤੱਕਣਾ ਬਲ ਤੁਸਾਂ ਦਾ ਅੱਜ ਇਹ ਅਜਮਾ ਕੇ, ਕਿ ਰਜਦਾ ਖੰਡਾ ਕਿਸੇ ਦਾ ਕਿੰਨੇ ਸਿਰ ਲਾ ਕੇ। ਮੈਂ ਸਮਝਾਂਗਾ ਸਿੰਘ ਉਸ ਨੂੰ ਜੋ ਰਣ ਵਿੱਚ ਜਾ ਕੇ, 1.25 ਲੱਖ ਨਾਲ ਲੜੇਗਾ ਕੱਲਾ ਹਿੱਕ ਡਾ ਕੇ। ਜੋ ਡਿੱਗੂ ਦੁਸ਼ਮਣ ਦਲਾਂ ਵਿੱਚ 100 ਕਾਨੀ ਖਾ ਕੇ। ਮੈਂ ਆਇਆ ਪੁਰਖ ਅਕਾਲ ਤੋਂ ਇਹ ਆਗਿਆ ਪਾ ਕੇ, ਕਿ ਜਿੰਦਾ ਰੱਖਣਾ ਪੰਥ ਨੂੰ ਪੁੱਤ ਭੇਟ ਚੜਾ ਕੇ। ਜਿੰਦਾ ਰੱਖਣਾ ਦੇਸ਼ ਨੂੰ ਪੁੱਤ ਭੇਟ ਚੜਾ ਕੇ। ਕਲਗੀਧਰ ਪਾਤਸ਼ਾਹ ਦੇ ਬੋਲਾਂ ਨੂੰ ਸੁਣ ਕੇ ਸਿੰਘਾਂ ਦੇ ਹੱਥ ਸ਼ਮਸ਼ੀਰਾਂ ਦੀਆਂ ਮੁੱਠੀਆਂ ਤੇ ਜਾ ਪਏ। ਮਿਆਨੋਂ ਧੂ ਕੇ ਹਵਾ 'ਚ ਲਹਿਰਾ ਕੇ ਸ਼ੇਰਾਂ ਵਾਂਗ ਗਰਜੇ। ਕਲਗੀ ਵਾਲਿਆ ਤੈਥੋਂ ਆਸੀਸ ਲੈ ਕੇ, ਅਸੀਂ ਵਾਂਗ ਹਿਮਾਲਾ ਦੇ ਡਟ ਜਾਂਗੇ। ਅਸਾਂ ਪੰਥ ਗੁਲਾਮ ਨਹੀਂ ਹੋਣ ਦੇਣਾ, ਭਾਵੇਂ ਕੱਟ ਜਾਂਗੇ। ਪਰ ਗੁਰਮੁਖੋ ਅੱਜ ਦਾ ਸਿੱਖ ਕਹਿੰਦਾ ਮੈਂ ਪੰਥ ਨੂੰ ਗੁਲਾਮ ਹੋਣੋਂ ਕੋਈ ਕਸਰ ਛੱਡਣੀ ਨਹੀਂ। ਇੱਕ ਸਮਾਂ ਸੀ ਇਹੋ ਹੀ ਮੰਗ ਰੱਖੀ ਸੀ ਸਾਹਿਬਜ਼ਾਦਿਆਂ ਕੋਲੋਂ, ਤੁਸੀਂ ਦਾੜੀਆਂ ਕੇਸ ਕਤਲ ਕਰਵਾ ਦਿਓ, ਤੁਹਾਨੂੰ ਹੂਰਾਂ ਦੇ ਡੋਲੇ ਮਿਲ ਜਾਣਗੇ, ਜਗੀਰਾਂ ਮਿਲ ਜਾਣਗੀਆਂ। ਇਹੋ ਹੀ ਸ਼ਰਤ ਰੱਖੀ ਸੀ ਬਾਬਾ ਬੰਦਾ ਸਿੰਘ ਬਹਾਦਰ ਕੋਲ, ਇਹੋ ਹੀ ਸ਼ਰਤ ਰੱਖੀ ਸੀ ਭਾਈ ਮਨੀ ਸਿੰਘ ਕੋਲ, ਇਹੋ ਹੀ ਸ਼ਰਤ ਰੱਖੀ ਸੀ ਭਾਈ ਤਾਰੂ ਸਿੰਘ ਦੇ ਕੋਲ। ਪਰ ਸਿੰਘਾਂ ਨੇ ਖੋਪਰੀਆਂ ਤੇ ਉਤਰਾ ਲਈਆਂ। ਪਰ ਅੱਜ ਕਿਹੋ ਜਿਹਾ ਸਮਾਂ, ਅੱਜ ਅਸੀਂ ਆਪ ਜਾ ਕੇ ਨਾਈਆਂ ਦੀਆਂ ਦੁਕਾਨਾਂ ਤੇ ਬਹਿ ਕੇ ਨਾ ਉੱਥੇ ਕਲਗੀਧਰ ਪਿਤਾ ਦਾ ਸਿਰ ਝੁਕਾ ਦਿੱਤਾ। ਗੁਰਮੁਖੋ ਜਦੋਂ ਪਿੰਡ ਦੇ ਵਿੱਚ ਕੋਈ ਬੱਚਾ ਐਸਾ ਕਰਮ ਕਰਦਾ ਤੇ ਉਹ ਸਾਰਾ ਪਿੰਡ ਜਾਣਦਾ ਹੁੰਦਾ ਫਲਾਨਾ ਸਿੰਘ ਦਾ ਪੁੱਤ ਆ, ਸਾਰੇ ਪਿੰਡ 'ਚ ਬਦਨਾਮੀ ਹੁੰਦੀ। ਜੇ ਕਿਤੇ ਪਿਤਾ ਹੋਵੇ ਪਿੰਡ ਦਾ ਸਰਪੰਚ, 2-4 ਪਿੰਡਾਂ ਜ਼ਿਕਰ ਆਉਂਦਾ ਫਲਾਣੇ ਪਿੰਡ ਦੇ ਸਰਪੰਚ ਨੇ ਦੇ ਮੁੰਡੇ ਨੇ ਆਹ ਕੰਮ ਕੀਤਾ। ਜੇ ਕਿਸੇ ਦਾ ਪਿਤਾ ਹੋਵੇ MLA ਤੇ 20-25 ਪਿੰਡਾਂ 'ਚ ਬਦਨਾਮੀ। ਜੇ ਕਿਸੇ ਦਾ ਪਿਤਾ ਹੋਵੇ ਮੁੱਖ ਮੰਤਰੀ ਤੇ 2-3 ਸਟੇਟਾਂ 'ਚ ਗੱਲ ਚਲੀ ਜਾਂਦੀ ਫਲਾਨੀ ਸਟੇਟ ਦੇ ਮੁੱਖ ਮੰਤਰੀ ਦੇ ਪੁੱਤ ਨੇ ਆਹ ਕੰਮ ਕੀਤਾ। ਜੇ ਕਿਸੇ ਦਾ ਪਿਤਾ ਹੋਵੇ ਪ੍ਰਧਾਨ ਮੰਤਰੀ ਦੇ ਕਈਆਂ ਕੰਟਰੀਆਂ ਵਿੱਚ, ਤੇ ਜਿਹਦੇ ਪਿਤਾ ਨੂੰ ਹਰ ਕੰਟਰੀ 'ਚ ਦੁਨੀਆ ਦੇ ਵਿੱਚ ਬੱਚਾ ਜਾਣਦਾ ਹੋਵੇ
कि ये बादशाह दरवेश दे पुੱਤ ਹਨ। ਇਹ ਸਿੱਖ ਹਨ ਤੇ ਜਦੋਂ ਅਸੀਂ ਆਪਣੇ ਪਿਤਾ ਦਾ ਜਾ ਕੇ ਸੀਸ ਝੁਕਾਉਂਦੇ ਹਾਂ ਤੇ ਪਿਤਾ ਦੀ ਖੁਸ਼ੀ ਨਹੀਂ ਸਾਨੂੰ ਪ੍ਰਾਪਤ ਹੋ ਸਕਦੀ। ਅਸੀਂ ਆਪ ਜਾ ਕੇ ਉਸ ਪਿਓ ਦਾ ਸਿਰ ਝੁਕਾ ਦਿੱਤਾ ਜਿਨਨੇ ਕਦੇ ਔਰੰਗਜ਼ੇਬ ਵਰਗੀਆਂ ਫੌਜਾਂ ਅੱਗੇ ਝੁਕਣਾ ਨਹੀਂ ਸਿੱਖਿਆ, ਜਿਹਦੇ 5 ਸਾਲ ਤੇ 7 ਸਾਲ ਦਿਆਂ ਨੇ ਵਜ਼ੀਦੇ ਨੂੰ ਝੁਕਾ ਦਿੱਤਾ ਪਰ ਆਪ ਨਹੀਂ ਸੀ ਝੁਕੇ। ਸੋ ਗੁਰਮੁਖ ਪਿਆਰਿਓ, 6-7 ਪੋਹ ਨੂੰ ਸਤਿਗੁਰ ਨੇ ਅਨੰਦਪੁਰ ਦਾ ਕਿਲ੍ਹਾ ਛੱਡਿਆ। 7 ਪੋਹ ਦੀ ਰਾਤ ਨੂੰ ਸਤਿਗੁਰ ਚਮਕੌਰ ਦੀ ਗੜੀ ਵਿੱਚ ਇੰਟਰ ਕਰਦੇ ਹਨ। 2 ਦਿਨ ਤੋਂ ਲੜੀਵਾਰ ਵਿਚਾਰ ਚੱਲ ਰਹੀ ਹੈ। ਮੈਂ ਸੰਖੇਪ ਜਿਹਾ ਪਿਛਲਾ ਭਾਗ ਨਾਲ ਜੋੜ ਕੇ ਅਗਾਂਹ ਚੱਲਣਾ ਹੈ। ਗੁਰਮੁਖੋ, ਰਾਤ ਨੂੰ ਕੱਲ ਜ਼ਿਕਰ ਕੀਤਾ ਸੀ, ਸਤਿਗੁਰ ਆਪ ਪਹਿਰਾ ਦਿੰਦੇ ਹਨ, ਆਪ ਸਿੱਖਾਂ ਦਾ ਮੱਥਾ ਚੁੰਮਦੇ ਹਨ। 35 ਗਏ ਤੋਂ ਪੈਰ ਚੁਆਉਂ ਚੁੰਮਣੇ ਬੈਠੇ, ਪੈਰਾਂ ਵੱਲ ਜਾਂਦੇ ਤੇ ਆਪਣੇ ਸਿੱਖਾਂ ਦੇ ਚਰਨ ਚੁੰਮਦੇ ਹਨ। ਤੇ ਜਦੋਂ 8 ਪੋਹ ਦਾ ਦਿਨ ਚੜ੍ਹਿਆ ਨਾ, ਘਮਸਾਨ ਦਾ ਯੁੱਧ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਨਾਰ ਖਾਂ ਨੇ ਪੌੜੀ ਲਾਈ। ਨਾਰ ਖਾਂ ਨੇ ਪੌੜੀ ਲਾ ਕੇ ਕਹਿੰਦਾ, ਮੈਂ ਗੋਬਿੰਦ ਸਿੰਘ ਨੂੰ ਅੰਦਰੋਂ ਪਕੜ ਕੇ ਲੈ ਆਵਾਂਗਾ, ਇਨਾਮ ਮੈਂ ਲਵਾਂਗਾ। ਜਦੋਂ ਪੌੜੀ ਲਾਈ, ਮੇਰੇ ਸਾਹਿਬੇ ਕਮਾਲ ਨੇ ਐਸੀ ਕਮਾਲ ਕੀਤੀ, ਮਮਟੀ ਤੋਂ ਗੁਰਜ ਮਾਰੀ ਤੇ ਉਹਨੂੰ ਪਾਰ ਬੁਲਾ ਦਿੱਤਾ। ਫਿਰ ਇੱਥੇ ਆਇਆ ਦੂਸਰੇ ਨੰਬਰ 'ਤੇ ਖਵਾਜਾ ਮਰਦੂਦ। ਖਵਾਜਾ ਮਰਦੂਦ ਆਇਆ। ਸਤਿਗੁਰਾਂ ਨੇ ਜਦੋਂ ਤੀਰ ਹੀ ਕੱਢਿਆ ਨਾ ਹੱਥੇ ਵਿੱਚੋਂ, ਤੇ ਉਹ ਪੌੜੀ ਸਮੇਤ ਧਰਤੀ 'ਤੇ ਡਿੱਗ ਪਿਆ, ਜਿਹਨੂੰ ਗੁਰੂ ਗੋਬਿੰਦ ਸਿੰਘ ਖਵਾਜਾ ਮਰਦੂਦ ਲਿਖਦੇ ਹਨ। ਤੇ ਔਰੰਗਜ਼ੇਬ ਨੂੰ ਜ਼ਫਰਨਾਮੇ ਵਿੱਚ ਕਹਿੰਦੇ, ਮੈਨੂੰ ਇੱਕੋ ਇੱਕ ਦੁੱਖ ਹੋਇਆ, ਇੱਕੋ ਇੱਕ ਗਿਲਾ ਸ਼ਿਕਵਾ ਹੋਇਆ, ਜੇ ਕਿਤੇ ਤੇਰਾ ਖਵਾਜਾ ਮੇਰੇ ਸਾਹਮਣੇ ਆ ਜਾਂਦਾ ਨਾ ਤੇ ਮੈਂ ਇੱਕ ਤੀਰ ਉਹਨੂੰ ਵੀ ਸੌਂਪ ਦੇਣਾ ਸੀ। ਸੋ ਕੱਲ ਆਪਾਂ ਇੱਥੇ ਤੱਕ ਜ਼ਿਕਰ ਕੀਤਾ ਸੀ, ਸਿੰਘਾਂ ਨੇ ਕਲਗੀਧਰ ਪਿਤਾ ਨੂੰ ਹੁਕਮ ਲਾ ਦਿੱਤਾ, ਗੋਬਿੰਦ ਸਿੰਘ ਜੀ ਹੁਣ ਤੁਸੀਂ ਇਸ ਗੜੀ ਨੂੰ ਹੁਣੇ ਛੱਡ ਜਾਓ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 3 ਸਿੰਘਾਂ ਸਮੇਤ ਗੜੀ ਨੂੰ ਛੱਡਿਆ। ਨਗਾਰੇ 'ਤੇ ਝੋਟਾਂ ਪਈਆਂ ਤੇ ਆਖਿਆ ਕਿ ਸਿੱਖਾਂ ਦਾ ਪੀਰ ਜਾ ਰਿਹਾ ਏ, ਪੀਰੇ ਹਿੰਦ ਜਾ ਰਿਹਾ ਏ। ਤਾੜੀ ਮਾਰੀ। ਉਹਨਾਂ ਸੋਚਿਆ ਉਸੇ ਤਰ੍ਹਾਂ ਚਕਮਾ ਦਿੰਦੇ ਹਨ, ਹੋਰ ਕੋਈ ਜਾ ਰਿਹਾ ਹੋਏਗਾ। ਉਹਨਾਂ ਫੌਜਾਂ ਦੇ ਵਿੱਚ ਭਾਜੜਾਂ ਪੈ ਗਈਆਂ। ਮੇਰੇ ਸਾਹਿਬੇ ਕਮਾਲ, ਭਾਈ ਸਾਹਿਬ ਭਾਈ ਦਇਆ ਸਿੰਘ, ਭਾਈ ਸਾਹਿਬ ਭਾਈ ਧਰਮ ਸਿੰਘ, 5 ਪਿਆਰਿਆਂ 'ਚੋਂ 2 ਪਿਆਰੇ ਤੇ ਭਾਈ ਸਾਹਿਬ ਭਾਈ ਮਾਨ ਸਿੰਘ, ਇਹਨਾਂ 3 ਸਿੰਘਾਂ ਸਮੇਤ ਤਾੜੀ ਮਾਰ ਕੇ ਕੱਚੀ ਗੜੀ ਵਿੱਚੋਂ ਰਾਤ ਦੇ ਹਨੇਰੇ 'ਚ ਨਿਕਲਦੇ ਹਨ। ਦੁਸ਼ਮਣਾਂ ਨੇ ਮਸਾਲਾਂ ਬਾਲੀਆਂ। ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਮਸਾਲਚੀ ਨੂੰ ਤੀਰ ਮਾਰਿਆ ਤੇ ਉਹ ਘੁੱਪ ਹਨੇਰੇ ਦੇ ਵਿੱਚ ਆਪਸ ਦੇ ਵਿੱਚ ਹੀ ਭਿੜ ਪਏ। ਇੰਨੀ ਦੇਰ ਨੂੰ ਕੀ ਹੁੰਦਾ ਹੈ, ਮੈਂ ਤੁਹਾਡੇ ਨਾਲ ਬਾਪੂ ਚਰਨ ਸਿੰਘ ਸਫਰੀ ਦੀ ਇੱਕ ਕਵਿਤਾ ਜ਼ਰੂਰ ਸਾਂਝੀ ਕਰਨੀ ਚਾਹਾਂਗਾ, ਜਿਸ ਤੋਂ ਸਾਨੂੰ ਪਤਾ ਲੱਗ ਜਾਏਗਾ ਕਿ ਬਾਦਸ਼ਾਹ ਦਰਵੇਸ਼ ਉਸ ਸਮੇਂ ਕਿਹੜੇ ਮਾਹੌਲ ਵਿੱਚੋਂ ਗੁਜ਼ਰ ਰਹੇ ਸਨ। ਆਪਣਾ ਧਿਆਨ ਲੈ ਕੇ ਜਾਓ ਚਮਕੌਰ ਦੀ ਗੜੀ ਵਿੱਚ। ਜਦੋਂ ਗੁਰੂ ਗੋਬਿੰਦ ਸਿੰਘ ਨੇ ਗੜੀ ਨੂੰ ਛੱਡਿਆ, ਬਾਪੂ ਚਰਨ ਸਿੰਘ ਸਫਰੀ ਜੀ ਲਿਖਦੇ ਹਨ, ਬੱਦਲਾਂ 'ਚੋਂ ਬਿਜਲੀ ਚਮਕਾਂ ਸੀ ਮਾਰਦੀ, ਬੱਦਲਾਂ 'ਚੋਂ ਬਿਜਲੀ ਚਮਕਾਂ ਸੀ ਮਾਰਦੀ, ਹੋਈ ਰੁਸ਼ਨਾਈ ਜਾਂ ਸੁਨਹਿਰੀ ਜਹੀ ਤਾਰ ਦੀ, ਹੋਈ ਰੁਸ਼ਨਾਈ ਜਾਂ ਸੁਨਹਿਰੀ ਜਹੀ ਤਾਰ ਦੀ, ਦਇਆ ਸਿੰਘ ਵੱਲੇ ਨਿਗਾਹ ਗਈ ਜਾਂਦ ਤਾਰ ਦੀ, ਪੱਟਾਂ ਉੱਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ, ਪੱਟਾਂ ਉੱਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ, ਮੌਤ ਦੇ ਨਸ਼ੇ 'ਚੋਂ ਉੱਥੇ ਜ਼ਿੰਦਗੀ ਸੀ ਝੂਲਦੀ, ਬੋਲੇ ਦਇਆ ਸਿੰਘ ਲਾਸ਼ ਤੱਕ ਜੁਝਾਰ ਦੀ, ਉਹ ਜ਼ਿੰਦਗੀ ਦੇ ਦਾਤਿਆ ਸੁਨਹਿਰੀ ਬਾਜਾਂ ਵਾਲਿਆ, ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ, ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ, ਵੇਖ ਕੇ ਜੁਝਾਰ ਨੂੰ
क्यों पैर खसका लिया। दाता एक बार चुक के कलेजे क्यों न ला लिया। हाय दाता चुक के कलेजे क्यों न ला लिया। लगा होया पातशाह तू पिछे केड़ी गल दे। हाय पुत्तां दी पीड़ तां पंखेरू भी नहीं चलदे। हाय पुत्रां दी पीड़ तां पंखेरू भी नहीं चलदे। भाई दया सिंह ने तकिया, गुरु गोबिंद सिंह महाराज अपना चोला खिंच के कढ़दे हन, पिछे झाड़ी विच अटक गया। ते पिछे नूं वेखना हुंदा ना, जदों पिछे वेखिया भाई दया सिंह दे मन च ख्याल आया किते कलगीधर पातशाह अपने पुत्र की लाश तो नहीं वेख रहे, किसी के पुत्र नूं फट लग्या होवे ना। असी अंत तक सोचते शायद सैकदा होवे, शायद जिउंदा होवे, हला हला के वेखदे आ। ते वैसे भी छोटे पुत्रां नाल प्यार बहुत हुंदा, ते छोटा पुत्र इस समय इत्थे जुझार सिंह ही सी। अजीत सिंह भी शहीद हो गया सी, पर बाबा जुझार सिंह की लाश मिली। ते बड़ा भाई दया सिंह ने आख्या, सतगुरु आ देखो बाबा जुझार सिंह की लाश है, एक बारी जांदे वार अपने पुत का मूँह देख लो। ते कलगीधर पातशाह ने आख्या सी, सुट दे इनू जंग दे शहीद नहीं वो खफणा नूं लोड़ दे। कहंदे मिट्टी दियां ढेरियां नहीं वो जंग दे विच संभाली दियां, इनू सुट दे इत्थे ही। ते भाई दया सिंह ने पुछया सी, सतगुरु तुहाडे तीर ना 1.25 तोला सोना लग्या काश वास्ते। सतगुर कहंदे ये जिहड़ा औरंगजेब है ना, जिहड़ा वजीदा है ना, ये पिंडां दे लोकां नूं गरीबां नूं तलवार दे जोर नाल इकट्ठे कर लैंदे, गिणती वधा के डराउण वास्ते। जिवें अजकल राजनीति वाले करदे ना, रैली करनगे, सारे भट्ठियां दी लेबर नूं दिहाड़ी ते लै आउणगे, मोटरसाइकलों 'च तेल भी पा देणगे, दिहाड़ी भी डबल दे देणगे। इस करके लोकां नूं इकट्ठ विखाउण वास्ते कि इस पार्टी का इकट्ठ बड़ा, इन्हां दे मगरी सारे इन्हां नूं ही वोट पा दित्ती जावे। बड़ियां बड़ियां कंपनियां दी सारी सारी लेबर लै आउंदे हन। कहंदे फिर जदों ये कोई मर जांदा जां जख्मी हो जांदा ते औरंगजेब दी फौज नहीं चकदी, वो निकल जांदे अगां, फिर घरां वाले पहचान के ले जांदे आ। ते जे मेरे तीर दे नाल कोई जख्मी हो जावे, 1.25 तोले सोने ना उहदा इलाज हो सके। जे किसी की मौत हो जाए तो 1.25 तोला वेच के उहदा खफन ते बालन का बंदोबस्त हो सके। मैं हैरान हो गया सुन के इतिहास पढ़ के, काश जिन्हां की मौत होई होवेगी ना, उन्हां गरीबां दे मापे तो सोचते होणगे मरना तो सी इन्ने, ये 2-4 तीर होर खा के मरदा ते 1.25 तोला सोना एक तीर नाल लग्या सी, कुछ परिवार की थोड़ी हालत ही सुधर जाती। हुण सोना क्यों लाया? सोने का रेट जिहड़ा है महंगाई के हिसाब दे नाल वधदा जांदा, ते इस करके खफणा का रेट भी, कपड़े का रेट भी वधदा जांदा। ते भाई दया सिंह ने उदों लंबी धा मार के आख्या सी, बड़े ही गरीब मापे इस जग विच पए ने, पर खफणों बगैर दाता किदे पुत दस गए ने, पर कफणों बगैर दाता किदे पुत दस गए ने। कहंदे महाराज बड़े गरीब तो गरीब मापे मैं वेखे आ, जिन्हां दे पुत मरदे आ, पर कोई खफण ते बालन तो बिना जांदा नहीं देखिया। वो दुश्मन दे शरीरां ते खफण पाउण वाले आ, तेरे 2 बालन ते खफण तो बिना इस दुनिया तो जा रहे हैं। कलगीधर पातशाह महाराज ने साडे वास्ते एडियां वड्डियां कुर्बानियां दित्तियां। भाई दया सिंह आखदे हन, जी चाहुंदा इत्थे कुछ प्यार जिता दियां, निभाई दी रीत जेड़ी आखरी निभा दियां, पग ला के 2 टोट के बना दियां, पग ला के 2 टोट के बना दियां,
ਦੋਹਾਂ ਦੇ ਸਰੀਰਾਂ ਉੱਤੇ ਅੱਧਾ ਅੱਧਾ ਪਾ ਦਿਆਂ, ਦੋਹਾਂ ਦੇ ਸਰੀਰਾਂ ਉੱਤੇ ਅੱਧਾ ਅੱਧਾ ਪਾ ਦਿਆਂ। ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਏ ਨੇ, ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਏ ਨੇ। ਪਰ ਕਫਣੋਂ ਬਗੈਰ ਕਿਹਦੇ ਪੁੱਤ ਦੱਸੋ ਗਏ ਨੇ, ਪਰ ਕਫਣੋਂ ਬਗੈਰ ਕਿਹਦੇ ਪੁੱਤ ਦੱਸੋ ਗਏ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅੱਗੇ ਜਵਾਬ ਹੈ। ਫਿਰ ਸਤਿਗੁਰ ਜਵਾਬ ਦਿੰਦੇ ਹਨ ਉਹ ਭਾਈ ਦਇਆ ਸਿੰਘ ਨੂੰ, ਉਹ ਲੈਣਾ ਕੀ ਸਿੰਘਾ ਤੂੰ ਮੇਰੇ ਪੁੱਤਾਂ ਨੂੰ ਪਿਆਰ ਕੇ। ਕਲਗੀਧਰ ਪਾਤਸ਼ਾਹ ਨੇ ਕੀ ਆਖਿਆ ਫਿਰ, ਮਜੂਸ ਹੋ ਕੇ ਨਹੀਂ, ਕਵੀ ਕਹਿੰਦਾ ਕਲਗੀਧਰ ਪਾਤਸ਼ਾਹ ਨੇ ਲਲਕਾਰ ਕੇ ਆਖਿਆ, ਬੋਲੇ ਦਸ਼ਮੇਸ਼ ਪਿਤਾ ਮੁਖੋਂ ਲਲਕਾਰ ਕੇ। ਉਹ ਲੈਣਾ ਕੀ ਸਿੰਘਾ ਤੂੰ ਮੇਰੇ ਪੁੱਤਾਂ ਨੂੰ ਪਿਆਰ ਕੇ। ਵੇਖ ਜਰਾ ਮੈਦਾਨ ਵਿੱਚ ਨਿਗਾਹ ਮਾਰ ਕੇ, ਸਿੰਘ ਵੀ ਕਿੰਨੇ ਸ਼ਹੀਦ ਹੋਏ ਜਾਨਾਂ ਵਾਰ ਕੇ। ਖਾਲਸੇ ਨੂੰ ਛੱਡ ਕੇ ਮੈਂ ਪਿਆਰ ਪੁੱਤਾਂ ਦਾ ਜਿਤਾ ਦਿਆਂ, ਦਇਆ ਸਿੰਘਾ ਸਿੱਖੀ ਚੋਂ ਵਖੇਵਾਂ ਕਿਵੇਂ ਪਾ ਦਿਆਂ, ਦਇਆ ਸਿੰਘਾ ਸਿੱਖੀ ਚੋਂ ਵਖੇਵਾਂ ਕਿਵੇਂ ਪਾ ਦਿਆਂ। ਔਖ ਸੌਖ ਵੇਲੇ ਇਹ ਸਿੰਘ ਮੇਰੇ ਭਾਈਵਾਲ ਨੇ, ਵੇਖ ਲੈ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ। ਇਹਨਾਂ ਲਾਲਾਂ ਤੋਂ ਪਿਆਰੇ ਇਹ ਵੀ ਮਾਪਿਆਂ ਦੇ ਲਾਲ ਨੇ, ਇਹਨਾਂ ਲਾਲਾਂ ਤੋਂ ਪਿਆਰੇ ਇਹ ਵੀ ਮਾਪਿਆਂ ਦੇ ਲਾਲ ਨੇ। ਬਿਨਾਂ ਤਨਖਾਹੋਂ ਜਿਹੜੇ ਰਹੇ ਮੇਰੇ ਨਾਲ ਨੇ, ਬਿਨਾਂ ਤਨਖਾਹੋਂ ਜਿਹੜੇ ਰਹੇ ਮੇਰੇ ਨਾਲ ਨੇ। ਜਦੋਂ ਤੱਕ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ, ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ, ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ। ਦਇਆ ਸਿੰਘਾ ਮੋਹ ਵਾਲੇ ਤੂੰ ਤਿੰਨ ਕੇ ਤਰੋੜ ਦੇ, ਦਇਆ ਸਿੰਘਾ ਮੋਹ ਵਾਲੇ ਤੂੰ ਤਿੰਨ ਕੇ ਤਰੋੜ ਦੇ। ਅਜੀਤ ਤੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ, ਅਜੀਤ ਤੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ। ਪੰਥ ਦੇ ਸ਼ਹੀਦ ਨਹੀਂਓ ਖਫਣਾਂ ਨੂੰ ਲੋੜ ਦੇ, ਤੂੰ ਇਸੇ ਦਾ ਹੀ ਦੁਮਾਲਾ ਇਹਦੇ ਮੂੰਹ ਉੱਤੇ ਮੋੜ ਦੇ, ਤੂੰ ਇਸੇ ਦਾ ਹੀ ਦੁਮਾਲਾ ਇਹਦੇ ਮੂੰਹ ਉੱਤੇ ਮੋੜ ਦੇ। ਦਇਆ ਸਿੰਘਾ ਕਿਉਂ ਦਈ ਜਾਨਾਂ ਮੋਹ ਵਾਲੀਆਂ ਥੰਮੀਆਂ, ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੰਮੀਆਂ, ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੰਮੀਆਂ। ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਲੋਕੀ ਕਹਿਣਗੇ ਕਹਿਣ ਲੱਖ ਵਾਰੀ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ। ਇਹਨਾਂ ਮਿਹਣਿਆਂ ਨੂੰ ਸਮਝਾਂਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ। ਮੈਨੂੰ ਪਰਵਾਹ ਨਹੀਂ ਜੱਗ ਸਾਰਾ, ਭਾਵੇਂ ਮੈਨੂੰ ਜੰਗ ਦਾ ਚੋਰ ਸਮਝੇ, ਪਰ ਇਹ ਨਾ ਸੁਣਾ ਕਿ ਦਸ਼ਮੇਸ਼ ਨੇ ਸਿੰਘ ਹੋਰ ਤੇ ਪੁੱਤ ਹੋਰ ਸਮਝੇ, ਕਿ ਗੋਬਿੰਦ ਨੇ ਸਿੰਘ ਹੋਰ ਤੇ ਪੁੱਤ ਹੋਰ ਸਮਝੇ। ਗੋਬਿੰਦ ਸਿੰਘ ਜੋ
राही कोई प्रीत दिया मंजिलां दा। गोबिंद सिंह राही कोई प्रीत दिया मंजिलां दा। एदां पंध मकाउंदा वेखिया ना, हंसां दे प्यारे पुत्तरां नूं मूँह मौत दे पाउंदा कोई वेखिया ना। ਥਾਂ ਥਾਂ ਤੇ ਤਖਤਾਂ ਨੂੰ ਮਾਰ ਠੋਕਰ, ਹੀਰੇ ਲਟਾਉਂਦਾ ਵੇਖਿਆ ਨਾ। ਨਾ ਪਿਤਾ ਵੀ ਕੋਈ ਪੁੱਤਰਾਂ ਦੀ ਲਾਸ਼ ਉਤੇ, ਗੀਤ ਖੁਸ਼ੀ ਦੇ ਗਾਉਂਦਾ ਕੋਈ ਵੇਖਿਆ ਨਾ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਸੁੱਟਦੇ ਇਹਨਾਂ ਮਿੱਟੀ ਦੀਆਂ ਢੇਰੀਆਂ ਨੂੰ ਨਹੀਂ ਉਹ ਸੰਭਾਲੀਦਾ। ਅੱਲਾ ਯਾਰਖਾਂ ਜੋਗੀ ਆਖਦਾ ਹੈ, ਇਨਸਾਫ ਕਰੇ ਜੀ ਮੇ ਜਮਾਨਾ ਤੋਂ ਜੱਕੀ ਹੈ। ਅੱਜ ਇਨਸਾਫ ਕੌਣ ਕਰਦਾ ਹੈ? ਅੱਜ ਕਲਯੁਗ ਦੇ ਅੰਦਰ ਗੁਰਮੁਖੋ ਅੱਲਾ ਯਾਰਖਾਂ ਜੋਗੀ ਕਹਿੰਦਾ, ਜੇ ਕੋਈ ਇਨਸਾਫ ਕਰੇ, ਮੁਸਲਮਾਨ ਕਵੀ ਹੈ, ਇਨਸਾਫ ਕਰੇ ਜੀ ਮੇ ਜਮਾਨਾ ਤੋਂ ਯਕੀ ਹੈ। ਕਹਿ ਦੋ ਗੁਰੂ ਗੋਬਿੰਦ ਸਿੰਘ का सानी ही नहीं है। यह प्यार मरीदों से जे शफकत की भी कहीं है। भगती में गुरु अर्श संसार जमी है। उल्फत के जिह जज्बे नहीं देखे कहीं हमने। है देखना एक बात सुने भी नहीं कभी हमने। करतार की सुगंध है नानक की कसम है। जितनी भी हो गोबिंद की तारीफ वो कम है। हर चंद मेरे हाथ में पर जोर कलम है। सतगुर के लिखूं वसब कहाँ ताबे रकम है। एक आँख से क्या बुलबुला कुल बहर को देखे। सहल को जा मंझधार को जा शहर को देखे। कहते मैं की सिफत लिख सकदा उस पूरे गुरु गोबिंद सिंह महाराज दी। अल्लाह यारखां जोगी गुरु गोबिंद सिंह नूं मुखातब हो के एक शेर लिखता है, अदा ने कभी तुझको संभलने ना दिया था। अदा ने कभी तुझको संभलने ना दिया था। पौने 9 साल की उम्र च पिता तोरते हैं, 17 साल की उम्र च भंगाणी का युद्ध लड़ते हैं, तो 42 साल की उम्र है तो वड्डियां 14 जंगां लड़ते हैं। 42 साल की संसारी उम्र, इन्नी तेज रफ्तार ते इन्ना समा थोड़ा है। कभी कहंदा जे बहुत ज़्यादा तेज रफ्तार नाल घोड़ा चलन वाला होवे ना ते वह हज़ारां साल भी दौड़दा रवे ते इदों भी तेज रफ्तार होएगी गुरु गोबिंद सिंह साहब महाराज की। जिन्ने रहबर हुंदे ना वो ज़्यादातर तुहानूं बड़े तेज चलते दिखणगे। बाबा जरनैल सिंह नूं एक बारी किसी ने पुछया सी, बाबा जी बड़ा तेज चलते, उन्होंने नाल ਸਿੰਘਾਂ ਨੂੰ दौड़ दौड़ के मिलना पैंदा हुंदा सी। ते वो भी आखदे हुंदे सी कि जिहड़ा अकाल पुरख ने टास्क दे के भेजिया ना, पंध बड़ा लमेरा है, उन्होंने भज भज के नवेड़ना पैंदा है। जिन्ने रहबर देखो सफ़र कलगीधर पातशाह दा 42 साल जिहड़ा सफ़र कर गए, सानू 4200 साल लग जाणगे, फिर भी असीं पूर्ण तौर पर गुरु इतिहास की शायद विचार ना कर सकीए। गुरु आप कृपा करन, विच वर्तन तां हो सकदा। अल्लाह यारखां जोगी कहंदा, अदा ने कभी तुझको संभलने ना दिया था। आराम से पहलू को बदलने ना दिया था। गुलशन को तेरे फूलने फलने ना दिया था। काटा दिल पर खून से निकलने ना दिया था। जिस रन में लड़ा बेसरो समान लड़ा तू। कहते जिस मैदान तू लड़िया बिना साजो समान तो भी तू लड़िया दाता कलगीधर पातशाह नूं आखदे हन। क्योंकि एक पासे सरकार होवे, एक पासे पिछों फौज की मदद आउंदी होवे, ते एक पासे एक बिल्डिंग दे विच कोई योधा महाबली बैठा होवे, ते वह भी 40 सिंह लैके 10 लाख का घेरा पिया होवे। ओही खुंडियां हुईयां शमशीरां सन। सतगुर नूं आखदा है, जिस रन में लड़ा बेसरो समान लड़ा तू। 100 सिंह लिए लाखों पे जा जा के पड़ा तू।
ਤੇ ਫਿਰ ਸਤਿਗੁਰ ਮਹਾਰਾਜ ਚਮਕੌਰ ਦੀ ਕੜੀ ਵਿੱਚ ਅੱਲਾ ਯਾਰ ਖਾਂ ਜੋਗੀ ਬੜਾ ਵਿਰਾਗ 'ਚ ਆ ਕੇ ਕਹਿੰਦਾ, ਰਾਤ ਨੂੰ ਪਤਾ ਕੀ ਕਹਿੰਦੇ, ਜਿਵੇਂ ਕਿਸੇ ਨੂੰ ਪਤਾ ਹੋਵੇ ਨਾ ਕਿ ਕਿਸੇ ਦਾ ਬੱਚਾ ਬਿਮਾਰ ਵੀ ਪਿਆ ਹੋਵੇ, ਪਤਾ ਹੋਵੇ ਨੇ 2-4 ਦਿਨ 'ਚ ਚਲੇ ਜਾਣਾ, ਸੰਸਾਰ ਛੱਡ ਜਾਣਾ, ਤੇ ਕਲਗੀਧਰ ਪਾਤਸ਼ਾਹ ਨੂੰ ਪਤਾ ਸੀ ਕੱਲ ਨੂੰ ਬੇਰਾ ਬੇਰਾ ਕਟਵਾ ਕੇ ਨਾ ਸ਼ਹੀਦ ਹੋ ਜਾਣਾ। ਤੇ ਸਤਿਗੁਰ ਨੇ ਉੱਥੇ ਮਾਂ ਤੇ ਪਿਓ ਦੋਵਾਂ ਵਾਲਾ ਪਿਆਰ ਜਤਾਇਆ ਬੱਚਿਆਂ ਨਾਲ, ਮਾਤਾ ਵਾਲਾ ਵੀ ਤੇ ਪਿਤਾ ਵਾਲਾ ਵੀ। ਮਾਤਾ ਉਸ ਸਮੇਂ ਹਾਜ਼ਰ ਨਹੀਂ ਸਨ। सोए हुए बच्चों को कहा सर से पकड़ कर, सिर ते प्यार दिता जाता ना बच्चों दे। सोए हुए बच्चों को कहा सर से पकड़ कर, चल दोगे अब अब्बा को मुसीबत में जकड़ कर, कि कल नूं तुसी पिता नूं इस मुसीबत छड्ड के चले जाओगे दोने। भी जिंदगी लिखी हुई किस्मत ने उजड़ कर, ਕਹਿੰਦੇ ਇਹ ਕਿਸਮਤ ਨੇ ਜ਼ਿੰਦਗੀ ਇਸ ਤਰ੍ਹਾਂ ਲਿਖੀ ਸੀ, ਉਜੜ ਕੇ ਫਿਰ ਵਸਿਆ ਸੀ ਜਾ ਕੇ ਦਮਦਮਾ ਸਾਹਿਬ, ਸਾਬੋ ਕੀ ਤਲਵੰਡੀ, ਫਿਰ ਵਸਿਆ ਸੀ ਅਬਚਲ ਨਗਰ ਹਜ਼ੂਰ ਸਾਹਿਬ, ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਸਥਾਪਿਤ ਕੀਤਾ ਸੀ। ਕਹਿੰਦੇ ਥੀ ਜ਼ਿੰਦਗੀ ਲਿਖੀ ਹੋਈ ਕਿਸਮਤ ਨੇ ਉਜੜ ਕਰ, ਫਿਰ ਮਿਲਣੇ ਕਾ ਵਾਦਾ ਤੋਂ ਕੀਏ ਜਾਓ ਵਿਛੜ ਕਰ। ਫਿਰ ਕੀ ਆਖਦੇ ਹਨ, ਥੇ 4 हो अब 2 ही शहर जे भी ना होंगे। कहते कल तक तो 4 मेरे नाल सी, अज 2 हो, तो पता है कलगीधर पिता नूं कि कल नूं ये 2 भी मेरे कोल नहीं होणगे। हम सबर करेंगे जो अगर जे भी ना होंगे। किड्डा औखा है माता पिता वास्ते ये कहना कि असीं सबर कर लवांगे। 2 पुत्र सी, अज वो गवाच गए, माता जी किते गवाच गए, तो ये अज 2 आ, कल ये भी ना होणगे, असीं सबर करांगे। मैं कहना परिवार चों एक जी की मौत हो जाए ना, गुरमुखों कई साल लंघ जाते सबर करने वास्ते, कई महीने कई साल, इउं लगदा जिवें वो फलाना ओही तुरिया ही आ रहा। पर धन बादशाह दरवेश रात नूं ही ये गल कह रहे कि हम सब्र करेंगे जो अगर ये भी ना होंगे। फरमाते थे कल दोनों ही परवान चढ़ोगे। दोनों ना सुत्तियां ना गल्लां करदे आ, कहंदे रा कल नूं तुसीं दोनों ने शहीद हो जाना, तुसीं दोनों ने कल नूं परवान चढ़ जाना। दुख भोगेंगे हम खुलद में तुम चैन करोगे। दुख असीं भोगांगे, माछीवड़ दे जंगलां वर्गे दुख, अगां साहिबजादियां छोटियां दी शहीदी दा दुख। कहते दुख असी भोगांगे पर तुसी उस अकाल पुरख के चरनां विच जाके तुसी चैन करोगे। किड्डा विराग वाला शेर लिखते हैं, होते ही सुबह दाग जुदाई हमें दोगे, होते ही शहर दाग जुदाई हमें दोगे। कहते सवेर हुंदियां ही तुसी सानू जुदाई दे जाओगे। वेखो सतगुरां नूं सारा ही पता सी। सुपने में खबर आके कभी बाप की लोगे, कभी आके सुपने विच मिलोगे मैनू, कभी पुछया करोगे बाप नूं कि पिता जी तुहाडा की हाल है। सुपने में खबर आके कभी बाप की लोगे। ऐ प्यारे अजीत, ऐ मेरे जुझार प्यारे, हम कहते हैं कुछ सुनते हो दिलदार प्यारे। सुत्तियां होयां दे नाल इउं गल्लां करदे जिवें एक मां नूं पता होवे कल पुत्तर दी मौत हो जानी, ते जिवें वो विराग विच आके करदी है, इवें गुरु गोबिंद सिंह साहब महाराज जी गल्लां करदे हन, जिन्नूं अल्लाह यार खां जोगी कहंदा है। बस हिंद में एक ही तीर्थ है यात्रा के लिए, बस हिंद में एक ही तीर्थ है यात्रा के लिए, कटाए बाप ने बच्चे जहाँ खुदा के लिए। जिथे एक बाप ने बच्चे खुदा तो कुर्बान कीते, चमक है मेहर की चमकौर तेरे जर्रों में, जहीं से बन के सितारे गए समा के लिए। हे चमकौर तेरे चरनां दे विच चमक है। वेखो गुरु कलगीधर पातशाह महाराज आखदे हन उस परमात्मा नूं रूबरू हो करके। गुरमुखो जिहड़ा असीं इतिहास पढ़ते आ रहे ना पिछे, जिहड़े मुसलमानां ने गुरु साहब का साथ दिता, उन्हां दा कईयां पीढ़ियां तो रिश्ता सी गुरु साहब दे नाल।
ਇੱਕ ਗੁਰੂ ਤੇਗ ਬਹਾਦਰ ਸਾਹਿਬ ਦਾ ਸੇਵਕ ਹੋਇਆ ਸਮਸ ਖਾਂ। ਸਮਸ ਖਾਂ ਜਿਹੜਾ ਹੋਇਆ ਨਾ, ਉਹਦੀ ਇੱਕ ਪੁੱਤਰੀ ਹੋਈ ਉਮਰੀ, ਤੇ ਉਹਦੇ ਅੱਗੇ ਦੋ ਪੁੱਤਰ ਹੋਏ ਗਨੀ ਖਾਂ ਤੇ ਨਬੀ ਖਾਂ। ਸਮਸ ਖਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਪੁੱਤਰ ਸੀ। ਸਮਸ ਖਾਂ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਸੇਵਕ ਸੀ। ਤੇ ਸਮਸ ਖਾਂ ਸੇਵਕ ਬਣ ਚੁੱਕਿਆ ਸੀ, ਭਾਵੇਂ ਮੁਸਲਮਾਨ ਸੀ, ਕਿਉਂਕਿ ਗੁਰੂ ਦਾ ਸਿਧਾਂਤ ਸੀ ਕਿ ਆਪਣੇ ਧਰਮ ਵਿੱਚ ਪਰਪੱਕ ਰਹੋ ਤੇ ਬਾਕੀ ਧਰਮਾਂ ਦਾ ਸਤਿਕਾਰ ਕਰੋ। ਸਮਸ ਖਾਂ ਦੀ ਪੁੱਤਰੀ ਹੋਈ ਉਮਰੀ। ਉਮਰੀ ਦੇ ਦੋ ਪੁੱਤਰ ਸੀ, ਗਨੀ ਖਾਂ ਤੇ ਨਬੀ ਖਾਂ, ਜਿਨ੍ਹਾਂ ਦਾ ਅਗਾਂਹ ਮੈਂ ਆਪਣਾ ਜ਼ਿਕਰ ਕਰਾਂਗਾ। ਗੁਲਾਬੇ ਪੰਜਾਬੇ ਦੇ ਘਰ ਆਉਂਦੇ ਹਨ ਤੇ ਜਿੱਥੋਂ ਸਤਿਗੁਰਾਂ ਨੂੰ ਉੱਚ ਦਾ ਪੀਰ ਬਣਾ ਕੇ ਲੈ ਕੇ ਜਾਂਦੇ ਹਨ, ਜਿਹੜੇ ਇਹ ਆਖਦੇ ਹਨ, ਸਤਿਗੁਰੂ ਤੇਰੇ ਦਰਵਾਜ਼ੇ ਦੇ ਬਾਹਰ ਸਾਡੀਆਂ ਕਬਰਾਂ ਬਣ, ਜਦੋਂ ਸੰਗਤ ਆਵੇ ਉਹਨਾਂ ਦੀ ਚਰਨ ਧੂੜ ਸਾਨੂੰ ਮਿਲਦੀ ਰਵੇ ਤੇ ਖਾਕ ਵੀ ਉੱਡ ਕੇ ਜਾਵੇ, ਤੇ ਸਾਡੇ ਇਸਥੇ ਦੀ ਜਿਹੜੀ ਖਾਕ ਹੈ ਉਹ ਵੀ ਕਿਸੇ ਦੂਸਰੀ ਜਗ੍ਹਾ ਜਾ ਕੇ ਨਾ ਡਿੱਗੇ। ਤੇ ਇਹ ਸਮਸ ਖਾਂ ਦਾ ਇੱਕ ਪੁੱਤਰ ਹੋਇਆ ਨਿਹੰਗ ਖਾਂ, ਜਿਹਦਾ ਆਪਾਂ ਕੱਲ੍ਹ ਜ਼ਿਕਰ ਕੀਤਾ ਸੀ, ਜਿਹਦਾ ਭੱਠਾ ਸੀ, ਗੁਰਦੁਆਰਾ ਭੱਠਾ ਸਾਹਿਬ ਹੈ ਜਿੱਥੇ, ਜਿਹਨੇ ਆਪਣੇ ਘਰ ਲੈ ਕੇ ਗਿਆ ਸੀ ਤੇ ਆਪਣੇ ਘਰ ਵਿੱਚ ਜਾ ਕੇ ਇਹਦੀ ਇੱਕ ਪੁੱਤਰੀ ਸੀ ਮੁਮਤਾਜ਼, ਇੱਕ ਕਮਰੇ 'ਚ ਬੰਦ ਕਰ ਦਿੱਤਾ ਸੀ। ਆਪਣੀ ਪੁੱਤਰੀ ਨੂੰ ਕਿਹਾ ਇਹ ਸ਼ਹੀਦ ਦੀ ਸੇਵਾ ਕਰ ਬਚਿੱਤਰ ਸਿੰਘ ਦੀ। ਤੇ ਜਦੋਂ ਆਈਆਂ ਫੋਰਸਾਂ ਚੜ੍ਹ ਕੇ ਉਹਨਾਂ ਸਾਰੇ ਘਰ ਦੀ ਤਲਾਸ਼ੀ ਲਈ ਤੇ ਉਹਨੇ ਕਿਹਾ ਇਸ ਕਮਰੇ 'ਚ ਮੇਰਾ ਧੀ ਜਵਾਈ ਹੈ। ਜਦੋਂ ਉਹਨਾਂ ਆਵਾਜ਼ ਮਾਰੀ ਤੇ ਅੰਦਰੋਂ ਮੁਮਤਾਜ਼ ਨੇ ਆਵਾਜ਼ ਦਿੱਤੀ ਤੇ ਉਹਨਾਂ ਜਨਾਨੀ ਦੀ ਆਵਾਜ਼ ਦੇਖ ਕੇ ਸੁਣ ਕੇ ਉਹਨਾਂ ਕਿਹਾ ਯਾਰ ਇਹ ਵੀ ਤੇ ਸਾਡਾ ਮੁਸਲਮਾਨ ਭਾਈ ਹੈ, ਇਹਦੀ ਧੀ ਸਾਡੀ ਧੀ 'ਚ ਕੀ ਫਰਕ ਆ, ਵਾਕਿਆ ਹੀ ਉਹਦੇ ਧੀ ਜਵਾਈ ਹੋਣਗੇ, ਨਹੀਂ ਤਾਂ ਪਰਾਏ ਮਰਦ ਨਾਲ। ਕਿਉਂਕਿ ਇਸਲਾਮ ਦੇ ਵਿੱਚ ਔਰਤਾਂ ਜਿਹੜੀਆਂ ਸੀ ਬੁਰਕਾ ਪਾਉਂਦੀਆਂ ਸੀ, ਦੂਸਰੇ ਮਰਦਾਂ ਨੂੰ ਆਪਣਾ ਮੁੱਖ ਨਹੀਂ ਸੀ ਦਿਖਾਉਂਦੀਆਂ, ਤਾਂ ਉਹਨਾਂ ਨੂੰ ਵਿਸ਼ਵਾਸ ਸੀ ਕਿ ਦੂਸਰੇ ਮਰਦ ਨਾਲ ਥੋੜ੍ਹੀ ਕਿਸੇ ਨਾਲੋਂ ਕਮਰੇ 'ਚ ਰਹਿ ਸਕਦੀ ਆ, ਇਸ ਕਰਕੇ ਸੱਚ ਬੋਲਦਾ ਇਹਦੀ ਧੀ ਜਵਾਈ ਹੈ। ਤੇ ਜਦੋਂ ਭਾਈ ਬਚਿੱਤਰ ਸਿੰਘ ਉੱਥੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਸ਼ਹਾਦਤ ਪਾ ਗਏ, ਭਾਈ ਬਚਿੱਤਰ ਸਿੰਘ ਦਾ ਸੰਸਕਾਰ ਵੀ ਉਹਨਾਂ ਨੇ ਕੀਤਾ। ਤੇ ਬਾਅਦ ਵਿੱਚ ਜਦੋਂ ਰਿਸ਼ਤੇ ਦੀ ਗੱਲ ਚੱਲੀ ਮੁਮਤਾਜ਼ ਦੇ, ਤੇ ਉਹਨੇ ਕਿਹਾ ਅੱਬੂ ਤੁਸੀਂ ਉਸ ਦਿਨ ਕਹਿ ਦਿੱਤਾ ਸੀ ਮੇਰੀ ਧੀ ਤੇ ਮੇਰਾ ਜਵਾਈ ਆ, ਮੈਂ ਉਹ ਸ਼ਹੀਦ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਬੈਠੀ ਹਾਂ, ਤੇ ਇਹ ਜਿਹੜਾ ਨਿਕਾਹ ਇੱਕੋ ਵਾਰੀ ਹੁੰਦਾ, ਮੈਂ ਹੁਣ ਸ਼ਹੀਦ ਦੀ ਪਤਨੀ ਬਣ ਕੇ ਸਾਰਾ ਜ਼ਿੰਦਗੀ ਭਰ ਕੁਆਰੀ ਰਵਾਂਗੀ। ਉਸ ਇੱਕ ਮੁਸਲਮਾਨ ਬੀਬੀ ਨੇ ਵਿਆਹ ਨਹੀਂ ਕਰਾਇਆ, ਉਹ ਸਾਰੀ ਜ਼ਿੰਦਗੀ ਕੁਆਰੀ ਰਹੀ। ਤੇ ਇਸੇ ਦਾ ਸਮਸ ਖਾਂ ਦਾ ਪੁੱਤਰ ਜਿਹੜਾ ਨਿਹੰਗ ਖਾਂ ਹੋਇਆ, ਉਹਦੀ ਪੁੱਤਰੀ ਹੋਈ ਮੁਮਤਾਜ਼, ਤੇ ਨਿਹੰਗ ਖਾਂ ਦਾ ਇੱਕ ਪੁੱਤਰ ਹੋਇਆ ਅਲਫ ਖਾਂ, ਤੇ ਅਲਫ ਖਾਂ ਦਾ ਅਗਾਂਹ ਪੁੱਤਰ ਹੋਇਆ ਹੈ ਹਰਦਿਆਲ ਰਾਏ ਜੀ, ਜਿਹੜਾ 10ਵੇਂ ਪਾਤਸ਼ਾਹ ਦਾ ਬੜਾ ਸ਼ਰਧਾਲੂ ਸੀ ਤੇ ਜਿਹੜਾ ਬਾਅਦ ਵਿੱਚ ਭਾਈ ਹਰਦਿਆਲ ਸਿੰਘ ਬਣਿਆ ਤੇ ਮੀਰਾਂਕੋਟ ਦੇ ਵਿੱਚ ਆ ਕੇ ਵਸਿਆ। ਭਾਈ ਹਰਦਿਆਲ ਸਿੰਘ ਦਾ ਪੁੱਤਰ ਹੋਇਆ ਭਾਈ ਹਰਾ ਸਿੰਘ। ਭਾਈ ਹਰਾ ਸਿੰਘ ਦੇ ਦੋ ਪੁੱਤਰ ਹੋਏ, ਇੱਕ ਭਾਈ ਜਗਤ ਸਿੰਘ ਤੇ ਇੱਕ ਭਾਈ ਮਹਿਤਾਬ ਸਿੰਘ ਮੀਰਾਂਕੋਟੀ, ਜਿਹਨੇ ਮੱਸੇ ਰੰਗੜ ਦਾ ਸਿਰ ਵੱਢ ਕੇ ਖੜਿਆ ਸੀ। ਦੇਖੋ ਜਿਹੜੇ ਬੂਟੇ ਲਾਏ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ, ਉਹਨਾਂ ਨੇ ਕਿੱਡਾ ਵੱਡਾ ਫਲ ਲੱਗਿਆ ਉਹਨਾਂ ਬੂਟਿਆਂ ਨੂੰ, ਕਿ ਹਰਾ ਸਿੰਘ ਦੇ ਦੋ ਪੁੱਤਰ ਹੋਏ ਜਗਤ ਸਿੰਘ ਤੇ ਦੂਸਰਾ ਭਾਈ ਮਹਿਤਾਬ ਸਿੰਘ ਮੀਰਾਂਕੋਟੀ, ਜਿਹਨੇ ਮੱਸੇ ਰੰਗੜ ਦਾ ਸਿਰ ਵੱਢ ਕੇ ਖੜਿਆ ਸੀ। ਤੇ ਭਾਈ ਮਹਿਤਾਬ ਸਿੰਘ ਦਾ ਪੁੱਤਰ ਹੋਇਆ ਰਾਏ ਸਿੰਘ, ਜਿਹਦਾ ਜ਼ਿਕਰ ਆਉਂਦਾ ਨਾ, ਐਰਾ ਗਹਿਰਾ ਨੱਥੂ ਖਹਿਰਾ ਕਹਿੰਦੇ ਨਾ। ਅਸਲ 'ਚ ਅਖਾਣ ਇਸ ਤਰ੍ਹਾਂ ਨਹੀਂ ਸੀ, ਅਸਲ ਵਿੱਚ ਅਖਾਣ ਇਸ ਤਰ੍ਹਾਂ ਸੀ, ਐਰਾ ਗਹਿਰਾ ਨਹਿ ਨੱਥਾ ਖਹਿਰਾ, ਕਿ ਐਰਾ ਗਹਿਰਾ ਨੱਥਾ ਖਹਿਰਾ ਨਹੀਂ ਬਣ ਸਕਦਾ। ਇਹਦਾ ਇਤਿਹਾਸ ਮੈਂ ਥੋੜ੍ਹਾ ਜਿਹਾ ਸੰਖੇਪ 'ਚ ਆਪਣਾ ਜ਼ਿਕਰ ਕਰਾਂ। ਜਦੋਂ ਮਹਿਤਾਬ ਸਿੰਘ ਮੀਰਾਂਕੋਟੀ ਨੇ ਮੱਸੇ ਰੰਗੜ ਦਾ ਸਿਰ ਵੱਢਣਾ ਸੀ ਨਾ, ਆਪਣੇ ਪਰਿਵਾਰ ਨੂੰ ਪਹਿਲਾਂ ਆਸੇ-ਪਾਸੇ ਕਰ ਦਿੱਤਾ। ਉਹਨੂੰ ਪਤਾ ਸੀ ਕਿ ਹਕੂਮਤ ਆਏਗੀ ਚੜ੍ਹ ਕਰਕੇ, ਜੰਗਲਾਂ ਨੂੰ ਤੋੜ ਦਿੱਤਾ। ਜਦੋਂ 4 ਸਾਲ ਦੇ ਪੁੱਤਰ ਨੂੰ ਲੈ ਕੇ ਤੁਰਿਆ ਰਾਏ ਸਿੰਘ ਨੂੰ, ਇਹਦਾ ਪੱਗਵਾਟ ਭਰਾ ਸੀ ਚੌਧਰੀ ਨੱਥਾ ਖਹਿਰਾ, ਉਹ ਅਗਲਵੰਡੀ ਅੱਗੇ ਹੋ ਖੜਿਆ, ਕਹਿੰਦਾ ਮਹਿਤਾਬ ਸਿਆਂ ਆਪਾਂ ਪੱਗ ਵਟਾਈ ਆ, ਤੂੰ ਤੇ ਜਾ ਰਿਹਾ ਪਰ ਇਹ ਮਾਸੂਮ ਕਿੱਥੇ ਧੱਕੇ ਖਾਏਗਾ, ਇਹਨੂੰ ਮੇਰੇ ਕੋਲ ਛੱਡ ਜਾ, ਮੈਂ ਆਪਣੇ ਪ੍ਰਾਣ ਤੇ ਦੇ ਦਿਆਂਗਾ ਪਰ ਇਹਦੀ ਹਿਫਾਜ਼ਤ ਕਰਾਂਗਾ। ਪੱਗ ਵਟਾਉਣ ਦਾ ਭਾਵ ਅਰਥ ਵੇਖੋ,
ਅੱਜ ਕੱਲ੍ਹ ਪੱਗ ਤੁਹਾਨੂੰ ਪਤਾ ਕਿੱਥੇ ਵਟਾਈ ਜਾਂਦੀ ਹੈ, ਅਤੇ ਪਹਿਲਾਂ ਪੱਗ ਦਾ ਮੁੱਲ ਕੀ ਹੁੰਦਾ ਸੀ। ਪੱਗ ਵੱਟ ਭਰਾ ਕਿਹੋ ਜਿਹੇ ਹੁੰਦੇ ਸੀ, ਵੇਖਿਓ ਜਰਾ। ਅਸੀਂ ਅਖਾਣ ਨੂੰ ਤੋੜ ਮਰੋੜ ਦਿੱਤਾ। ਇਹ ਸਾਡੇ ਬਜ਼ੁਰਗਾਂ ਅਖਾਣ ਬਣਾਏ ਸੀ ਕਿ ਬੱਚੇ ਪੁੱਛਣ ਕਿ ਐਰਾ ਗੈਰਾ ਨੱਥਾ ਖੈਰਾ ਕੀ ਹੁੰਦਾ, ਅਤੇ ਬਾਪੂ ਕਹੇ ਸ਼ਾਮ ਨੂੰ ਦੱਸਾਂਗੇ ਪੁੱਤ, ਥੋੜ੍ਹਾ ਹੁਣ ਟਾਈਮ ਨਹੀਂ ਆ। ਬਾਪੂ ਦਾ ਮਤਲਬ ਹੁੰਦਾ ਸੀ ਵੱਧ ਪ੍ਰਚਾਰ ਹੋ ਸਕੇ। ਸ਼ਾਮ ਨੂੰ ਸਾਰੇ ਪਰਿਵਾਰ ਨੇ ਬਹਿਣਾ, ਦਾਦਿਆਂ ਦਾਦੀਆਂ ਨੂੰ ਪੁੱਛਣਾ, ਮਾਤਾ ਜੀ ਅੱਜ ਕਹਿੰਦੇ ਸੀ ਐਰਾ ਗੈਰਾ, ਅਸਲ ਅਖਾਣ ਸੀ ਨਹਿ ਨੱਥਾ ਖੈਰਾ, ਇਹ ਕੀ ਹੁੰਦਾ। ਫਿਰ ਉਹ ਦੱਸਦੇ ਹੁੰਦੇ ਸੀ ਇਤਿਹਾਸ ਦਾ। ਫਿਰ ਪ੍ਰਚਾਰ ਇਸ ਤਰ੍ਹਾਂ ਬਜ਼ੁਰਗ ਕਰਿਆ ਕਰਦੇ ਸੀ। ਅਤੇ ਉਸ ਸਮੇਂ ਉਹਨੇ ਆਪਣੇ ਕੋਲ ਰੱਖ ਲਿਆ। ਜਦੋਂ ਘੇਰਾ ਪਿਆ ਨਾ ਮੀਰਾਂਕੋਟ ਨੂੰ, ਮੱਸੇ ਦੇ ਪਰਿਵਾਰ ਨੇ ਸਿਰ ਕੱਟੀ ਲਾਸ਼ ਸਿਰ 'ਤੇ ਨਾਲ ਲੈ ਗਏ ਸੀ। ਸਿਰ ਕੱਟੀ ਲਾਸ਼ ਧੜ ਨੂੰ ਰੱਖ ਕੇ ਪ੍ਰਦਰਸ਼ਨ ਕੀਤਾ। ਕਹਿੰਦੇ ਅਸੀਂ ਲਾਸ਼ ਤਾਂ ਚੁੱਕਾਂਗੇ, ਪਹਿਲਾਂ ਮਹਿਤਾਬ ਸਿੰਘ ਕੋਲ ਬਦਲਾ ਲਵਾਂਗੇ। ਅਤੇ ਸੂਬੇ ਨੇ ਕਹਿ ਦਿੱਤਾ, ਜ਼ਕਰੀਆ ਖਾਨ ਨੇ, ਕਹਿੰਦੇ ਜਾਓ ਜਾ ਕੇ ਜੋ ਕਰਨਾ ਤੁਸੀਂ ਮੀਰਾਂਕੋਟ 'ਚ ਕਰ ਸਕਦੇ ਹੋ। ਮੀਰਾਂਕੋਟ ਨੂੰ ਘੇਰਾ ਪਾਇਆ। ਕਹਿੰਦੇ ਉਹ ਤਾਂ ਪਰਿਵਾਰ ਲੈ ਕੇ ਹੀ ਚਲਾ ਗਿਆ। ਕਿਸੇ ਨੇ ਕਿਹਾ ਉਹਦਾ 4 ਸਾਲ ਦਾ ਪੁੱਤਰ ਰਾਏ ਸਿੰਘ ਉਹਦੇ ਪੱਗ ਵੱਟ ਭਰਾ ਨੱਥੇ ਖੈਰੇ ਕੋਲ ਹੈ, ਚੌਧਰੀ ਕੋਲ। ਉਹਨਾਂ ਬੁਲਾਇਆ, ਕਹਿੰਦੇ ਚੌਧਰੀ ਆ, ਤੇਰੇ ਕੋਲ ਮਹਿਤਾਬ ਸਿੰਘ ਦਾ 4 ਸਾਲ ਦਾ ਪੁੱਤਰ ਆ। ਪਹਿਲਾਂ ਉਹਨੇ ਨਾਂਹ 'ਚ ਸਿਰ ਹਿਲਾਇਆ। ਕਹਿੰਦੇ ਤੂੰ ਝੂਠ ਨਾ ਬੋਲ, ਸਾਨੂੰ ਪੱਕਾ ਪਤਾ ਲੱਗਿਆ ਤੇਰੇ ਕੋਲ ਹੈ। ਉਹ ਸਾਡੇ ਹਵਾਲੇ ਕਰਦੇ। ਕਹਿੰਦਾ ਇੱਕ ਸ਼ਰਤ 'ਤੇ, ਤੁਸੀਂ ਉਹਦਾ ਕੋਈ ਜਾਨੀ ਨੁਕਸਾਨ ਨਹੀਂ ਕਰੋਗੇ, ਮੈਂ ਤੁਹਾਨੂੰ ਦੇ ਦੇਣਾ। ਉਹ ਕਹਿੰਦੇ ਇਹ ਕਿਵੇਂ ਹੋ ਸਕਦਾ, ਸਾਡੇ ਭਣਵਈਏ ਦਾ ਸਿਰ ਲਾ ਕੇ ਲੈ ਗਏ, ਅਸੀਂ ਕਿਵੇਂ ਬਖਸ਼ਾਂਗੇ। ਕਹਿੰਦਾ ਫਿਰ ਮੈਂ ਸਲਾਹ ਕਰ ਲੈਣਾ। ਕਹਿੰਦੇ ਦੇਖ ਲਾ, ਵਿਚਾਰ ਕਰ ਲਾ, ਹਕੂਮਤ ਦਾ ਆਦੇਸ਼ ਹੈ, ਨਹੀਂ ਤਾਂ ਬਾਗੀ ਪਾਇਆ ਜਾਏਗਾ। ਉਹ ਘਰ ਗਿਆ। ਜਦੋਂ ਵਿਰਾਗ 'ਚ ਆਇਆ, ਉਹਦਾ ਭਣੇਵਾਂ ਘਰ ਵਿੱਚ ਆਇਆ ਹੋਇਆ ਸੀ, ਅਤੇ ਉਹਦਾ ਨੌਕਰ ਅਤੇ ਉਹਦਾ ਪੁੱਤਰ 3 ਮੈਂਬਰ ਹੋਰ ਸੀ। ਅਤੇ ਉਹਨਾਂ ਨੇ ਕਿਹਾ, ਭਣੇਵੇਂ ਨੇ ਕਿਹਾ ਮਾਮਾ ਕੀ ਗੱਲ ਬੜਾ ਨਾਰਾਜ਼ ਹੈ। ਪੁੱਤਰ ਨੇ ਪੁੱਛਿਆ, ਨੌਕਰ ਨੇ ਪੁੱਛਿਆ ਕੀ ਗੱਲ ਮਾਲਕ। ਕਹਿੰਦਾ ਅੱਜ ਮੈਂ ਜਿਹੜੀ ਪੱਗ ਵਟਾਈ ਸੀ ਨਾ, ਅੱਜ ਉਹਨੂੰ ਲਾਜ ਲੱਗਦੀ ਹੈ, ਚੁਣੌਤੀ ਹੈ। ਅੱਜ ਉਹਨਾਂ ਰਾਏ ਸਿੰਘ ਨੂੰ ਮੰਗਿਆ, ਅਤੇ ਇੰਨੀ ਦੇਰ ਨੂੰ ਰਾਏ ਸਿੰਘ ਨੇ ਦੇਖਿਆ, ਅੰਦਰੋਂ ਦੌੜ ਕੇ ਆ ਕੇ ਤਾਇਆ ਜੀ ਕਹਿ ਕੇ ਲੱਤਾਂ ਨੂੰ ਚੰਬੜ ਗਿਆ। ਬੱਚੇ ਤੇ ਪਿਆਰ ਦੇ ਭੁੱਖੇ ਹੁੰਦੇ, ਜਿਹੜਾ ਪਿਆਰ ਕਰੂ ਉਸੇ ਨਾਲ। ਵੈਸੇ ਵੀ ਹੁੰਦਾ ਕਿਸੇ ਦਾ ਬੱਚਾ ਕੋਲ ਹੋਵੇ ਨਾ, ਉਹਦੇ ਨਾਲ ਵੱਧ ਪਿਆਰ ਕਰੀਦਾ ਕਿ ਉਹਨੂੰ ਮਾਂ ਪਿਓ ਦੀ ਯਾਦ ਨਾ ਆਵੇ, ਦਿਲ ਲੱਗ ਜਾਏ। ਅਤੇ ਭਾਈ ਨੱਥਾ ਖਹਿਰਾ ਬੜਾ ਪਿਆਰ ਕਰਦਾ ਸੀ ਰਾਏ ਸਿੰਘ। ਉਹ ਲੱਤਾਂ ਨੂੰ ਚੰਬੜ ਗਿਆ। ਅਤੇ ਉਹਨਾਂ ਨੇ, ਨੌਕਰ ਨੇ, ਭਣੇਵੇਂ ਨੇ ਅਤੇ ਪੁੱਤਰ ਨੇ ਆਖਿਆ, ਹੁਣ ਤੁਹਾਨੂੰ ਪੱਗ ਦੀ ਲਾਜ ਰੱਖਣੀ ਚਾਹੀਦੀ ਆ, ਅਸੀਂ ਤੁਹਾਡੇ ਨਾਲ ਹਾਂ। ਇਹ ਤਿੰਨੇ ਜਾਣੇ ਅਤੇ ਚੌਥਾ ਨੱਥਾ ਖਹਿਰਾ ਸ਼ਸਤਰ ਲੈ ਕੇ ਬਾਹਰ ਨਿਕਲੇ, ਅਤੇ ਰਾਏ ਸਿੰਘ ਦੌੜ ਕੇ ਆਇਆ, ਤਾਇਆ ਜੀ ਮੈਂ ਵੀ ਨਾਲ ਚੱਲਾਂਗਾ। ਇਤਿਹਾਸ ਨੇ ਉਹ ਅੱਖਰ ਕਲਮਬੰਦ ਕੀਤੇ। ਕਹਿੰਦਾ ਮੈਂ ਭੱਥੇ 'ਚੋਂ ਤੀਰ ਕੱਢ ਕੇ ਫੜਾਵਾਂਗਾ। ਉਹਨੂੰ ਮੋਰਾਂ ਦੇ ਉੱਤੇ ਪਿੱਛੇ ਸਰੋਪੇ ਨਾਲ ਬੰਨ੍ਹ ਲਿਆ, ਅਤੇ ਕਹਿੰਦਾ ਮੈਂ ਭੱਥੇ 'ਚੋਂ ਤੀਰ ਕੱਢ ਕੇ ਤੁਹਾਨੂੰ ਦੇਵਾਂਗਾ। ਕਿਉਂਕਿ ਨੱਥੇ ਖਹਿਰੇ ਨੇ ਪੱਗ ਵਟਾਈ ਸੀ, ਇੰਨਾ ਵਿਸ਼ਵਾਸ ਨਹੀਂ ਕੀਤਾ ਕਿ ਉਹ ਪੁੱਤਰ ਆਪਣੇ ਭਣੇਵੇਂ ਜਾਂ ਪੁੱਤਰ ਦੇ ਜਾਂ ਨੌਕਰ ਦੇ ਗਧੇੜੇ ਚਾੜ ਦਿਆਂ ਜਾਂ ਕਿਸੇ ਔਰਤ ਨੂੰ ਫੜਾ ਦੇਵਾਂ। ਐਸਾ ਨਾ ਹੋਵੇ ਮੁਸੀਬਤ 'ਚ ਕਿ ਛੱਡ ਜਾਣ, ਮੈਂ ਆਪਣੇ ਪ੍ਰਾਣ 'ਤੇ ਦੇ ਦੇਵਾਂਗਾ ਪਰ ਪੱਗ ਦੀ ਲਾਜ ਰੱਖਾਂਗਾ। ਉੱਥੇ ਇੰਨਾ ਘਮਸਾਨ ਦਾ ਯੁੱਧ ਹੋਇਆ। ਨੱਥੇ ਖਹਿਰੇ ਦਾ ਪੁੱਤਰ ਵੀ ਸ਼ਹੀਦ ਹੋ ਗਿਆ, ਨੌਕਰ ਵੀ ਸ਼ਹੀਦ ਹੋ ਗਿਆ, ਭਣੇਵਾਂ ਵੀ ਸ਼ਹੀਦ ਹੋ ਗਿਆ। ਨੱਥਾ ਖਹਿਰਾ ਵੀ ਸ਼ਹਾਦਤ ਦਾ ਜਾਮ ਪੀ ਗਿਆ। ਉਹ ਬੱਚੇ ਦੀ ਗਰਦਨ 'ਤੇ ਤਲਵਾਰ ਦਾ ਫੱਟ ਲੱਗਿਆ, ਉਹਨੂੰ ਮਰਿਆ ਸਮਝ ਕਰਕੇ ਛੱਡ ਕੇ ਦੌੜ ਚਲੇ ਗਏ। ਅਤੇ ਇੱਕ ਔਰਤ ਸਾਗ ਤੋੜਨ ਜਾ ਰਹੀ ਸੀ, ਉਹਨੇ ਵੇਖਿਆ ਬੱਚਾ ਸਹਿਕਦਾ, ਫੱਟ ਗਹਿਰਾ ਸੀ ਪਰ ਸਾਰ ਰਗ ਬਚੀ ਹੋਈ ਸੀ, ਉਹ ਚੁੱਕ ਕੇ ਲੈ ਗਈ ਟੋਕਰੇ 'ਚ ਪਾ ਕੇ। ਉਹ ਬੱਚਾ ਭਾਈ ਰਾਏ ਸਿੰਘ ਜਿਹੜਾ ਸੀ ਉਹ ਬਚ ਗਿਆ, ਅਤੇ ਉਹਦੇ ਘਰ ਬਾਅਦ ਵਿੱਚ ਭਾਈ ਰਤਨ ਸਿੰਘ ਭੰਗੂ ਪੈਦਾ ਹੋਇਆ, ਜਿਹਨੇ ਪ੍ਰਾਚੀਨ ਪੰਥ ਪ੍ਰਕਾਸ਼ ਗ੍ਰੰਥ ਲਿਖਿਆ ਹੈ। ਉਹ ਰਾਏ ਸਿੰਘ ਦਾ ਪੁੱਤਰ ਹੋਇਆ। ਫਿਰ ਇਹ ਰਤਨ ਸਿੰਘ ਭੰਗੂ ਦੇ 2 ਪੁੱਤਰ ਹੋਏ, ਸਰਮੁਖ ਸਿੰਘ ਅਤੇ ਗੁਰਮੁਖ ਸਿੰਘ। ਗੁਰਮੁਖ ਸਿੰਘ ਦੇ ਅਗਾਂਹ ਫਿਰ 2 ਪੁੱਤਰ ਹੋਏ, ਲਾਲ ਸਿੰਘ ਅਤੇ ਨੰਦ ਸਿੰਘ। ਨੰਦ ਸਿੰਘ ਉਹ ਹੋਏ ਜਿਨ੍ਹਾਂ ਨੇ ਬਾਅਦ ਵਿੱਚ ਚਾਲਾ ਪਿੰਡ ਵਸਾਇਆ ਸੀ, ਅਤੇ ਨੰਦ ਸਿੰਘ ਦਾ ਪੁੱਤਰ ਹੋਇਆ ਭਗਵਾਨ ਸਿੰਘ, ਅਤੇ ਭਗਵਾਨ ਸਿੰਘ ਦਾ ਪੁੱਤਰ ਹੋਇਆ ਫਿਰ ਕੌਮ ਦਾ ਹੀਰਾ, ਜਿਹਨੇ ਬੰਗਲਾਦੇਸ਼ ਬਣਾਇਆ ਸੀ, ਆਜ਼ਾਦ ਕੀਤਾ ਸੀ, ਜਿਹਨੇ ਮੁਕਤੀਵਾਨੀ ਸੈਨਾ ਬਣਾਈ ਸੀ, ਜਿਹਨੇ ਦੁਸ਼ਮਣਾਂ ਦੇ ਛੱਕੇ ਛਡਾ ਦਿੱਤੇ ਸੀ। ਉਹ ਕੌਮ ਦੇ ਹੀਰੇ ਤੋਂ ਤੁਸੀਂ ਸਾਰੇ ਵਾਕਫ ਹੋ, ਉਹਦਾ ਨਾਂ ਰਹਿੰਦੀ ਦੁਨੀਆ ਤੱਕ ਰਹੇਗਾ।
ਜਨਰਲ ਸ਼ੌਬੇਗ ਸਿੰਘ ਹੋਏ। ਇਸੇ ਕੁੱਲ ਦੇ ਵਿੱਚੋਂ ਇਹ ਜਿਹੜੀ ਕੁੱਲ ਇਹਨਾਂ ਸ਼ਹੀਦਾਂ ਦੀ ਮੀਰਾਕੋਟ ਵਾਲਿਆਂ ਦੀ ਕੁੱਲ ਚੱਲਦੀ ਆ ਰਹੀ ਹੈ। ਸੋ ਇਸ ਕਰਕੇ ਜਿਹੜੀਆਂ ਰਗਾਂ ਦੇ ਵਿੱਚ ਗੁਰਮੁਖੋ ਖੂਨ ਹੁੰਦਾ ਨਾ, ਸ਼ਹੀਦੀ ਖੂਨ, ਇਹ ਜ਼ਰੂਰ ਰੰਗ ਦਿਖਾਉਂਦਾ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਸਮਾਂ ਤੇ ਕਾਫੀ ਹੋ ਚੁੱਕਿਆ ਹੈ। ਮੈਂ ਤੁਹਾਡੇ ਨਾਲ ਇੱਕ ਹੋਰ ਇਤਿਹਾਸਕ ਘਟਨਾ ਜ਼ਿਕਰ ਕਰ ਦੇਵਾਂ, ਫਿਰ ਅਗਾਂਹ ਦਾ ਇਤਿਹਾਸ ਮੈਂ ਆਪ ਦੇ ਨਾਲ ਚਲਾਵਾਂਗਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਕੋਲ ਨਾ ਕੁਝ ਬਰਾੜ ਕੁੱਲ ਦੇ ਮੈਂਬਰ ਆਉਂਦੇ ਹਨ। ਜਿਹੜੇ ਬਰਾੜ ਕੁੱਲ ਦੇ ਮੈਂਬਰ ਆਉਂਦੇ ਹਨ ਨਾ, ਉਸੇ ਬਰਾੜ ਕੁੱਲ ਦੇ ਵਿੱਚੋਂ ਬਾਅਦ ਵਿੱਚ ਬਾਬਾ ਜਰਨੈਲ ਸਿੰਘ ਹੁੰਦੇ ਹਨ। ਕੱਲ੍ਹ ਨੂੰ ਮੈਂ ਇਸ ਦਾ ਇਤਿਹਾਸ ਵੀ ਆਪ ਦੇ ਨਾਲ ਵਿਚਾਰਾਂਗਾ। ਜਿਵੇਂ ਸ਼ਮਸ਼ ਖਾਂ ਆਇਆ ਸੀ ਅਤੇ ਉਸ ਕੁੱਲ ਦੇ ਵਿੱਚੋਂ ਕਿੱਡੀਆਂ ਵੱਡੀਆਂ ਕੁਰਬਾਨੀਆਂ ਕਰ ਗਏ। ਇੱਕ ਦਿਨ ਦਾਨਾ ਬਰਾੜ ਆਇਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਕੋਲ, ਅਤੇ ਉਸ ਬਰਾੜ ਕੁੱਲ ਦੇ ਵਿੱਚੋਂ ਦੋ ਐਸੇ ਇਨਸਾਨ ਪੈਦਾ ਹੁੰਦੇ ਹਨ। ਇੱਕ ਜਿਹੜਾ KS ਬਰਾੜ ਸੀ, ਉਹ ਵੀ ਉਸੇ ਕੁੱਲ ਵਿੱਚੋਂ ਸੀ। ਇੱਕ ਬਾਬਾ ਜਰਨੈਲ ਸਿੰਘ ਵੀ ਉਸੇ ਕੁੱਲ ਵਿੱਚੋਂ ਸੀ। ਇੱਕ ਢਾਉਣ ਆਏ ਸੀ ਅਤੇ ਇੱਕ ਸੀਸ ਦੇ ਕੇ ਬਚਾਉਣ ਆਏ ਸੀ। ਦੋਨਾਂ ਵਿੱਚ ਫਰਕ ਕੀ ਸੀ, ਮੈਂ ਅਗਾਂਹ ਦਾ ਇਤਿਹਾਸ ਕੱਲ੍ਹ ਆਪ ਦੇ ਨਾਲ ਵਿਚਾਰ ਕਰਾਂਗਾ। ਇੱਕ ਵਾਰ ਮੈਂ ਤੁਹਾਨੂੰ ਫਿਰ ਵਾਪਸ ਪਿੱਛੇ ਲੈ ਕੇ ਚੱਲਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾੜੀ ਮਾਰ ਕੇ ਚਮਕੌਰ ਦੀ ਗੜੀ ਨੂੰ ਛੱਡਿਆ। ਪੁੱਤਰਾਂ ਦੀਆਂ ਲਾਸ਼ਾਂ ਤੋਂ ਪੈਰ ਰੱਖ ਕੇ ਲੰਘ ਗਏ। ਚਲਦੇ ਚਲਦੇ ਪਹੁੰਚ ਜਾਂਦੇ ਹਨ ਮਾਛੀਵਾੜੇ ਦੇ ਜੰਗਲ ਦੇ ਵਿੱਚ। ਇੱਧਰ ਇੱਕ ਗੁਲਾਬਾ ਅਤੇ ਪੰਜਾਬਾ ਗੁਰੂ ਘਰ ਦੇ ਦੋ ਮਸੰਦ ਹੋਏ ਹਨ। ਇਹਨਾਂ ਦਾ ਨੌਕਰ ਦੌੜਾ ਦੌੜਾ ਜਾਂਦਾ ਹੈ, ਜਾ ਕੇ ਆਖਦਾ ਹੈ, ਮਾਲਕ ਅੱਜ ਆਪਣੇ ਬਾਗ ਦੇ ਵਿੱਚ ਕੋਈ ਸੁੱਤਾ ਪਿਆ ਹੈ। ਜੰਗਲ 'ਚ ਬਾਗ ਸੀ, ਬਾਗ 'ਚ ਸੁੱਤਾ ਪਿਆ ਹੈ। ਕਹਿੰਦੇ ਕੌਣ ਹੈ? ਕਹਿੰਦੇ ਸਮਝ ਨਹੀਂ ਆਉਂਦੀ। ਉਹਨੂੰ ਸੰਤ ਕਹਾਂ ਕਿ ਸਿਪਾਹੀ ਕਹਾਂ, ਉਹਨੂੰ ਬਾਦਸ਼ਾਹ ਕਹਾਂ ਕਿ ਜਰਨੈਲ ਕਹਾਂ। ਉਹਦਾ ਜਾਮਾ ਲੀਰੋ ਲੀਰ ਹੈ, ਸਰੀਰ 'ਤੇ ਬੜੇ ਫੱਟ ਜ਼ਖਮ ਹਨ। ਉਹਦਾ ਸਾਰਾ ਜਾਮਾ ਖੂਨ ਦੇ ਕਰਕੇ ਸਾਰੇ ਸਰੀਰ ਨਾਲ ਚਿਪਕਿਆ ਹੋਇਆ, ਨੰਗੇ ਪੈਰ ਹੈ, ਹੱਥ ਵਿੱਚ ਲਹੂ ਲਿਬੜੀ ਸ਼ਮਸ਼ੀਰ ਹੈ। ਇੱਕਦਮ ਗੁਲਾਬਾ ਅਤੇ ਪੰਜਾਬਾ ਦੌੜੇ ਨਿਕਲ ਕੇ ਕਿ ਹੋ ਸਕਦਾ ਆਨੰਦਪੁਰ ਵਾਲਾ ਗੁਰੂ ਹੀ ਨਾ ਹੋਵੇ। ਇਹੋ ਜਿਹੀ ਡੀਲ ਡੋਲ ਤੇ ਉਸੇ ਦੀ ਆ। ਉਸ ਸਮੇਂ ਮੀਡੀਆ ਨਹੀਂ ਸੀ, ਪਤਾ ਨਹੀਂ ਸੀ ਕੀ ਕੁਝ ਵਾਪਰ ਰਿਹਾ। 8 ਮਹੀਨੇ ਤੋਂ ਘੇਰਾ ਸੀ ਆਨੰਦਪੁਰ ਨੂੰ, ਪਤਾ ਸੀ ਸਾਰਿਆਂ ਨੂੰ। ਕਹਿੰਦੇ ਕਿਤੇ ਆਨੰਦਪੁਰ ਵਾਲਾ ਗੁਰੂ ਹੀ ਨਾ ਆ ਗਿਆ ਹੋਵੇ। ਜਦੋਂ ਦੌੜੇ ਇੰਨੀ ਦੇਰ ਨੂੰ ਸਾਹਮਣੇ ਆ ਕੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੇ ਤੱਕਿਆ, ਅਤੇ ਭਾਈ ਦਇਆ ਸਿੰਘ ਇੱਕਦਮ ਸਤਿਗੁਰਾਂ ਦੇ ਚਰਨ ਪਕੜਨ ਲੱਗੇ ਅਤੇ ਨੇਤਰਾਂ 'ਚੋਂ ਦੋ ਤੁਬਕੇ ਚੱਲਦੇ ਡਿੱਗੇ, ਅਤੇ ਉਹ ਕਲਗੀਧਰ ਪਾਤਸ਼ਾਹ ਦੇ ਚਰਨਾਂ ਨੂੰ ਸਪਰਸ਼ ਕੀਤੇ ਝੁਕਦਿਆਂ ਵਕਤ। ਅਤੇ ਕਿੰਨੇ ਸੁਚੇਤ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ। ਇੱਕਦਮ ਲਹੂ ਲਿਬੜੀ ਸ਼ਮਸ਼ੀਰ ਲੈ ਕੇ ਉੱਠ ਕੇ ਖੜੇ ਹੋ ਗਏ, ਜਿਵੇਂ ਕਿਸੇ ਦੁਸ਼ਮਣ ਨੂੰ ਵੰਗਾਰਨਾ ਹੋਵੇ। ਅਤੇ ਸ਼ਬਦ ਸੀ, ਦਇਆ ਸਿੰਘਾ ਤੁਸੀਂ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਇੱਥੇ ਆਏ। ਇੱਥੇ ਖੂਹ ਵਿੱਚੋਂ ਕੱਢ ਕੇ ਟਿੰਡ ਦੇ ਨਾਲ ਜਲ ਛਕਾਇਆ ਸਤਿਗੁਰਾਂ ਨੂੰ, ਜ਼ਮੀਨ 'ਤੇ ਬੈਠ ਗਏ। ਪਰ ਦੁਬਾਰਾ ਜਦੋਂ ਸਤਿਗੁਰ ਉੱਠੇ ਨਾ, ਉਦੋਂ ਸਹਾਰਾ ਦੇ ਕੇ ਦੋਨਾਂ ਪਾਸਿਆਂ ਤੋਂ ਗੁਲਾਬਾ ਪੰਜਾਬਾ ਆ ਗਏ। 3 ਸਿੰਘ ਸਨ। ਤੋਰਿਆ, ਕਿਉਂਕਿ ਸਤਿਗੁਰਾਂ ਦਾ ਜਾਮਾ ਜ਼ਖਮਾਂ ਕਰਕੇ ਸਾਰੇ ਸਰੀਰ ਨਾਲ ਜੁੜਿਆ ਹੋਇਆ ਸੀ, ਫਟਿਆ ਹੋਇਆ ਸੀ। ਪੈਰ ਜਿਹੜੇ ਸੂਲਾਂ ਦੇ ਨਾਲ ਲੀਰੋ ਲੀਰ ਸਨ। ਅਤੇ ਸਤਿਗੁਰੂ ਮਹਾਰਾਜ ਨੂੰ ਆਪਣੇ ਗ੍ਰਹਿ ਵਿਖੇ ਗੁਲਾਬਾ ਅਤੇ ਪੰਜਾਬਾ ਲੈ ਕੇ ਜਾਂਦੇ ਹਨ। ਮਹਾਰਾਜ ਤੁਹਾਡੇ ਲਈ ਚੁਬਾਰਾ ਤਿਆਰ ਕੀਤਾ ਅਸੀਂ ਤਾਂ ਇੰਤਜ਼ਾਰ ਕਰ ਰਹੇ ਸੀ ਕਦੋਂ ਆਨੰਦਪੁਰ ਤੋਂ ਨਿਕਲਣ ਸਤਿਗੁਰ ਅਤੇ ਚੁਬਾਰੇ ਵਿੱਚ ਵਿਸ਼ਰਾਮ ਕਰਾਈਏ। ਇੱਥੇ ਹੀ ਲਖਮੀਰ, ਸਮੀਰ ਅਤੇ ਤਖਤ ਮਲ 3 ਭਰਾ ਆਉਂਦੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ। ਅਗਾਂਹ ਕੱਲ੍ਹ ਨੂੰ ਮੈਂ ਇਸ ਤੋਂ ਅਗਾਂਹ ਦਾ ਇਤਿਹਾਸ ਵਿਚਾਰਾਂਗਾ। ਭਾਈ ਲਖਮੀਰ, ਸਮੀਰ ਅਤੇ ਤਖਤ ਮਲ ਆ ਕੇ ਬੇਨਤੀ ਕਰਦੇ ਹਨ, ਮਹਾਰਾਜ ਤੁਹਾਡੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਨੇ ਸਾਡੇ ਪਰਿਵਾਰ ਨੂੰ ਭਾਗ ਲਾਏ। ਅਸੀਂ ਜੋਧ ਰਾਏ ਦੇ ਪੋਤਰੇ ਹਾਂ, ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਹੋ। ਜੋਧ ਰਾਏ ਨੇ ਸਾਡੇ ਘਰ ਦੇ ਵਿੱਚ ਤੁਹਾਡੇ ਦਾਦਾ ਜੀ ਨੇ ਚਰਨ ਪਾਏ ਸੀ। ਕਿਰਪਾ ਕਰੋ ਇਸ ਰੀਤ ਨੂੰ, ਮਰਜ਼ਾਦਾ ਨੂੰ ਚਲਦੀ ਰੱਖੋ। ਸਤਿਗੁਰ ਕਹਿੰਦੇ, ਭਾਈ ਸਮੀਰ, ਇਹ ਹੁਣ ਜੰਗਾਂ ਯੁੱਧਾਂ ਦਾ ਵੇਲਾ, ਦੁਸ਼ਮਣ ਪਿੱਛੇ ਲੱਗਿਆ ਹੋਇਆ, ਹੁਣ ਇੱਥੋਂ ਅਗਾਂਹ ਚੱਲਣਾ ਹੈ ਅਤੇ ਤੁਸੀਂ ਇੱਥੇ ਹੀ ਰੁਕ ਜਾਓ। ਕਹਿੰਦੇ ਮਹਾਰਾਜ ਸੇਵਾ ਕਰਨੀ, ਕਹਿੰਦੇ ਇੱਥੇ ਰੁਕ ਜਾਓ। ਇੱਥੇ 2 ਦਿਨ ਭਾਈ ਸਮੀਰ ਨੇ ਬੜੀ ਸਤਿਗੁਰਾਂ ਦੀ ਸੇਵਾ ਕੀਤੀ।
ਇੱਥੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ 2 ਦਿਨ ਬਾਅਦ ਪੁੱਛਿਆ, ਦੱਸ ਸਮੀਰ ਤੂੰ ਬੜੀ ਸੇਵਾ ਕੀਤੀ, ਮੰਗ ਲੈ ਜੋ ਮੰਗਣਾ। ਤੇ ਸਤਿਗੁਰੂ ਜੀ ਨੂੰ ਆਖਦਾ, ਮਹਾਰਾਜ ਜਨਮ ਮਰਨ ਦੇ ਬੰਧਨ ਹੀ ਕੱਟ ਦਿਓ। ਪਹਿਲਾਂ ਤਾਂ ਕਹੀ ਗਿਆ, ਮਹਾਰਾਜ ਤੁਹਾਡਾ ਦਿੱਤਾ ਬੜਾ ਕੁਛ ਕਿਰਪਾ। ਮਹਾਰਾਜ ਕਹਿੰਦੇ ਨੇ ਇੱਕੋ ਜਿਹੀ ਇੱਕ ਬਚਨ ਮੰਗ ਲੈ। ਕਹਿੰਦੇ ਮਹਾਰਾਜ ਜਨਮ ਮਰਨ ਦੇ ਬੰਧਨ ਕੱਟ ਦਿਓ। ਸਤਿਗੁਰੂ ਕਹਿੰਦੇ ਰਾਜ ਭਾਗ ਮੰਗ ਲੈ, ਸਰਦਾਰੀਆਂ ਮੰਗ ਲੈ, ਮਾਇਆ ਲੈ ਲਾ, ਨਹੀਂ ਮਹਾਰਾਜ ਜਨਮ ਮਰਨ ਦੇ ਬੰਧਨ ਕੱਟ ਦਿਓ। ਸਤਿਗੁਰੂ ਮਹਾਰਾਜ ਕਹਿੰਦੇ ਸਮੀਰ ਅਜੇ ਤੂੰ ਕਰਮਾਂ ਕਰਕੇ ਬੜੇ ਜਨਮ ਹੋਰ ਭੋਗਣੇ ਹਨ। ਤੇ ਭਾਈ ਸਮੀਰ ਨੂੰ ਮਰਜ਼ਾਦਾ ਪਤਾ ਸੀ ਗੁਰੂ ਘਰ ਦੀ। ਹੱਥ ਜੋੜ ਕੇ ਆਖਿਆ, ਸਤਿਗੁਰ ਜਿਵੇਂ ਸੂਰਜ ਅੱਗੇ ਹਨੇਰਾ ਨਹੀਂ ਟਿਕ ਸਕਦਾ, ਇਵੇਂ ਤੁਹਾਡੀ ਦ੍ਰਿਸ਼ਟੀ ਅੱਗੇ ਜਨਮ ਨਹੀਂ ਟਿਕ ਸਕਦੇ। ਦੇਖੋ ਸਤਿਗੁਰੂ ਮਹਾਰਾਜ ਰਹਿਬਰ ਕਲਗੀਧਰ ਪਾਤਸ਼ਾਹ ਦਾ ਜਿਗਰਾ, ਸਾਰਾ ਪਰਿਵਾਰ ਕੁਰਬਾਨ ਹੋ ਗਿਆ, ਫਿਰ ਵੀ ਲੋਕਾਂ ਨੂੰ ਬਖਸ਼ਿਸ਼ਾਂ ਰਹਿਮਤਾਂ ਵੰਡੀ ਜਾ ਰਹੇ ਹਨ। ਕਹਿੰਦੇ ਤੁਹਾਡੀ ਦ੍ਰਿਸ਼ਟੀ ਅੱਗੇ ਜਨਮ ਨਹੀਂ ਅਟਕ ਸਕਦੇ। ਤੇ ਕਹਿੰਦੇ ਇਉਂ ਕਰ, ਜਾਂ ਅੱਜ ਤੂੰ ਆਪਣੇ ਘਰ ਚਲਿਆ ਜਾ, ਕੱਲ੍ਹ ਨੂੰ ਆ ਕੇ ਦੱਸ ਦਵੀਂ ਕਿ ਜਨਮ ਮਰਨ ਦੇ ਬੰਧਨ ਕਟਾਉਣੇ ਕਿ ਰਾਜ ਭਾਗ ਲੈਣਾ। ਇੱਧਰ ਭਾਈ ਗੁਲਾਬਾ ਤੇ ਪੰਜਾਬੇ ਨੇ ਸੋਚਿਆ ਹੁਣ ਹਕੂਮਤ ਬੜੀ ਪਿੱਛੇ ਲੱਗੀ, ਕਿਤੇ ਪਰਿਵਾਰ ਇਹਨਾਂ ਕੋਲੂ ਵਿੱਚ ਪੀੜਿਆ ਜਾਵੇ। ਇਹਨਾਂ ਨੇ ਡਰਦਿਆਂ ਹੋਇਆਂ ਨੇ ਮੋਹਰਾਂ ਦੀ ਥਾਲੀ ਭੇਟ ਕੀਤੀ, ਸਰੋਪਾ ਭੇਟ ਕੀਤਾ। ਸਰੋਪਾ ਪਤਾ ਕਦੋਂ ਦਿੱਤਾ ਜਾਂਦਾ? ਰਾਗੀ ਜਥਾ ਲੱਗਾ ਹੋਵੇ ਨਾ, ਜਦੋਂ ਦੇਖਿਆ ਹੁਣੇ ਸਮਾਪਤੀ ਕਰ ਦੇਣ, ਟਾਈਮ ਸਮਾਪਤ ਹੋ ਗਿਆ, ਸਰੋਪਾ ਭੇਟ ਹੁੰਦਿਆਂ ਹੀ ਅਗਲੇ ਨੂੰ ਫਤਿਹ ਬੁਲਾ ਦੇਣੀ ਚਾਹੀਦੀ ਆ, ਕਿਉਂਕਿ ਸਮਾਂ ਸਮਾਪਤ ਹੋ ਗਿਆ। ਕਲਗੀਧਰ ਪਾਤਸ਼ਾਹ ਸਮਝ ਗਏ ਕਿ ਹੁਣ ਇਹ ਕਹਿੰਦੇ ਚਲੇ ਜਾਓ, ਸਾਡਾ ਪਰਿਵਾਰ ਨਾ ਕੋਲੂ ਪੀੜਿਆ ਜਾਵੇ। ਦੇਖੋ ਜਿਨ੍ਹਾਂ ਵਾਸਤੇ ਸਾਰਾ ਪਰਿਵਾਰ ਹੀ ਸਤਿਗੁਰ ਨੇ ਕੁਰਬਾਨ ਕਰ ਦਿੱਤਾ। ਭਾਈ ਸਬੇਗ ਸਿੰਘ ਨੇ ਆਖਿਆ ਸੀ, ਜਦੋਂ ਉਹਨੂੰ ਕਿਹਾ ਸੀ ਨਾ ਤੇਰਾ ਪੁੱਤਰ ਬਚੇਗਾ, ਕੁੱਲ ਰੱਖ ਲੈ ਆਪਣੀ, ਤੇ ਉਹਨੇ ਕਿਹਾ ਸੀ ਜਿਨ ਕਾਰਨ ਗੁਰ ਕੁਲੇ ਗਵਾਈ, ਹਮ ਕੁਲ ਰਾਖੈ ਕਵਨ ਬੜਾਈ। ਜਿਨ੍ਹਾਂ ਲਈ ਗੁਰੂ ਨੇ ਸਾਰੀ ਕੁੱਲ ਹੀ ਕੁਰਬਾਨ ਕਰ ਦਿੱਤੀ, ਅਸੀਂ ਕੁੱਲ ਰੱਖ ਲਈ, ਇਹ ਕਿੱਧਰ ਦੀ ਵਡਿਆਈ ਹੋ ਗਈ। ਪਰ ਇਹ ਕਹਿੰਦੇ ਸਾਡਾ ਪਰਿਵਾਰ ਕੋਲੂ ਪੀੜਿਆ ਜਾਏਗਾ। ਅਸੀਂ ਕਈ ਵਾਰੀ ਕਹਿ ਦਿੰਦੇ ਮੁਸਲਮਾਨਾਂ ਤੇ, ਕਈ ਵੀਰ ਪਤਾ ਕੀ ਕਹਿੰਦੇ ਕਿ ਜਿੰਨੀਆਂ ਬਾਂਹ ਨੂੰ ਸਰੋਂ ਦਾ ਤੇਲ ਲਾ ਕੇ ਤਿਲਾਂ ਦੀ ਬੋਰੀ 'ਚ ਪਾ ਦਿਓ, ਮੁਸਲਮਾਨ ਭਾਈ ਇੰਨੀਆਂ ਕਸਮਾਂ ਖਾਣ ਫਿਰ ਵੀ ਵਿਸ਼ਵਾਸ ਨਹੀਂ ਕਰਨਾ। ਉਹ ਪਿਆਰਿਓ ਕਲਗੀਧਰ ਪਾਤਸ਼ਾਹ ਕਿਸੇ ਧਰਮ ਨੂੰ ਇਵੇਂ ਕਿਵੇਂ ਕਹਿ ਸਕਦੇ ਆ? ਜੇ ਮੈਂ ਸ਼ੁਰੂ ਤੋਂ ਜ਼ਿਕਰ ਕਰਾਂ ਆਪ ਦੇ ਨਾਲ, ਭਾਈ ਮਰਦਾਨਾ ਜੀ ਵੀ ਮੁਸਲਮਾਨ ਸੀ, ਫਿਰ ਕਿਵੇਂ ਮੁਸਲਮਾਨ ਧਰਮ ਨੂੰ ਕਹਿ ਸਕਦੇ? ਸਾਈਂ ਮੀਆਂ ਮੀਰ ਵੀ ਮੁਸਲਮਾਨ ਸੀ, ਸ਼ਮਸ਼ ਖਾਂ ਵੀ ਮੁਸਲਮਾਨ ਸੀ, ਗਨੀ ਖਾਂ ਨਬੀ ਖਾਂ ਵੀ ਮੁਸਲਮਾਨ ਸੀ। ਅਗਾਂਹ ਜ਼ਿਕਰ ਆਏਗਾ ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਨੇ ਹੁਕਮਨਾਮਾ ਦੇ ਕੇ ਕਿਹਾ ਸੀ ਇਹ ਸਾਡੇ ਖਾਸ ਫਰਜ਼ੰਦ ਹੈ, ਇਹ ਸਾਡੇ ਖਾਸ ਫਰਜ਼ੰਦ ਹਨ, ਇਹ ਸਾਡੇ ਕੰਮ ਆਏ ਹਨ, ਇਹਨਾਂ ਦੀ ਜੋ ਸੇਵਾ ਕਰੇਗਾ ਉਹ ਮੇਰੀ ਸੇਵਾ ਹੋਏਗੀ। ਫਿਰ ਕਲਗੀਧਰ ਪਾਤਸ਼ਾਹ ਕਦੇ ਕਹਿ ਸਕਦੇ ਕਿਸੇ ਮੁਸਲਮਾਨ ਜਾਂ ਕਿਸੇ ਵੀ ਧਰਮ ਵਾਸਤੇ ਤੇ ਕਹਿ ਹੀ ਨਹੀਂ ਸਕਦੇ। ਉਹਨਾਂ ਗੀਤਾ ਤੇ ਕੁਰਾਨ ਦੀਆਂ ਕਸਮਾਂ ਕਰਕੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ। ਇਹ ਸਿਰਫ ਧਰਮਾਂ ਨੂੰ ਆਪਸੇ ਲੜਾਉਣ ਵਾਸਤੇ, ਪਾੜਨ ਵਾਸਤੇ ਰਾਜਨੀਤੀ ਵਾਲੇ ਕਹੀ ਜਾਂਦੇ ਹਨ। ਨਹੀਂ ਗੁਰਮੁਖੋ, ਪੀਰ ਬੁੱਧੂ ਸ਼ਾਹ ਦੇ ਤੇ 2 ਪੁੱਤਰ ਉੱਥੇ ਸ਼ਹੀਦ ਹੋ ਗਏ। ਇੱਕ ਪੁੱਤਰ ਘਰ ਆਉਣ ਤੋਂ ਬਾਅਦ ਜ਼ਾਲਮਾਂ ਨੇ ਸ਼ਹੀਦ ਕਰ ਦਿੱਤਾ, ਤੇ ਪੀਰ ਬੁੱਧੂ ਸ਼ਾਹ ਦਾ ਸਾਲਾ ਜਿਹੜਾ 1.25 ਲੱਖ ਫੌਜ ਲੈ ਕੇ ਚੜ੍ਹ ਕੇ ਆਇਆ ਸੀ, ਉਹ ਸੈਦੇ ਸ਼ਾਹ ਫਕੀਰ ਬਣ ਕੇ ਜੰਗਲਾਂ 'ਚ ਚਲਾ ਗਿਆ ਸੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਦੇ ਕਿਸੇ ਧਰਮ ਵਾਸਤੇ ਇਸ ਤਰ੍ਹਾਂ ਨਹੀਂ ਕਹਿ ਸਕਦੇ। ਇਸ ਕਰਕੇ ਗੁਰਮੁਖ ਪਿਆਰਿਓ, ਉਹਨਾਂ ਤੇ ਸਾਥ ਦਿੱਤਾ, ਪਰ ਜਿਹੜੇ ਗੁਰੂ ਕੇ ਮਸੰਦ ਸੀ ਨਾ, ਪ੍ਰਚਾਰਕ ਸੀ, ਉਹਨਾਂ ਕਿਹਾ ਚਲੇ ਜਾਓ, ਸਾਡਾ ਪਰਿਵਾਰ ਕੋਲੂ ਪੀੜਿਆ ਜਾਏਗਾ। ਜਦੋਂ ਅਗਲਾ ਦਿਨ ਹੋਇਆ, ਭਾਈ ਸਮੀਰ ਪਰਤਿਆ, ਆ ਕੇ 2:30 ਵਜੇ ਹੀ ਸਤਿਗੁਰਾਂ ਦੇ ਚਰਨੀ ਪੈ ਗਿਆ। ਮਹਾਰਾਜ ਇਹ ਤੇ ਉਹੀ ਪਰਚਾ ਪੈ ਗਿਆ, ਰਾਜੇ ਜਨਕ ਵਾਲਾ, ਜੇ ਸੱਚ ਕੇ ਉਹ ਸੱਚ। ਕਹਿੰਦੇ ਰਾਤ ਮੈਨੂੰ ਬੜੇ ਹੀ ਸੁਪਨੇ ਆਏ, ਬੜੇ ਜਨਮ ਹੋਏ ਮੇਰੇ ਸੁਪਨਿਆਂ 'ਚ, ਤੇ ਕਦੇ ਮੈਂ ਚੰਡਾਲਾਂ ਦੇ ਘਰ, ਕਦੇ ਗਰੀਬਾਂ ਦੇ ਘਰ, ਕਦੇ ਪੰਛੀ, ਕਦੇ ਪਸ਼ੂ। ਅੰਤਲਾ ਜਨਮ ਮੇਰਾ ਇੱਕ ਬੜੇ ਗਰੀਬ ਘਰ 'ਚ ਹੋਇਆ, ਤੇ ਕਾਲ ਪੈ ਗਿਆ, ਤੇ ਮੈਂ ਜੰਗਲ 'ਚ ਚਲਾ ਗਿਆ, ਪਰਿਵਾਰ ਲੈ ਕੇ। ਬਿਮਾਰੀਆਂ ਆ ਗਈਆਂ ਸੀ ਬਸਤੀਆਂ ਵਿੱਚ, ਤੇ ਕਹਿੰਦੇ ਮੈਂ ਇੱਕ ਪੀਲੂ ਨਾਂ ਦੇ ਦਰਖਤ 'ਤੇ ਚੜ੍ਹਿਆ, ਫਲ ਤੋੜ ਕੇ ਸੁੱਟਦਾ ਰਿਹਾ ਬੱਚਿਆਂ ਨੂੰ ਖਾਣ ਵਾਸਤੇ। ਪਤਲੀ ਟਾਹਣੀ 'ਤੇ ਗਿਆ, ਟਾਹਣੀ ਕੜਕ ਕਰਕੇ ਟੁੱਟੀ, ਮੈਂ ਥੱਲੇ ਡਿੱਗਿਆ। ਹੈ ਸੁਪਨਾ ਸੀ, ਪਰ ਅੱਖ ਖੁੱਲ੍ਹ ਗਈ। ਤੇ ਕਹਿੰਦੇ ਜਦੋਂ ਸਵੇਰੇ ਪਖਾਨੇ ਗਿਆ, ਪਖਾਨੇ 'ਚੋਂ ਪੀਲੂ ਦੇ ਚਿੰਨ੍ਹ ਮਿਲੇ। ਜਦੋਂ ਦਾਤਨ ਕੀਤੀ ਤੇ ਮੂੰਹ 'ਚ ਪੀਲੂ ਦੇ ਛਿਲਕੇ ਫਸੇ। ਕਈ ਵਾਰ ਡਰਾਵਣਾ ਸੁਪਨਾ ਹੋਵੇ, ਅੱਖ ਖੁੱਲ੍ਹ ਜਾਂਦੀ ਨਾ ਬੰਦੇ ਦੀ। ਤੇ ਕਹਿੰਦਾ ਹੈਰਾਨੀ ਇਹ ਹੈ ਮਹਾਰਾਜ, ਜੇ ਸੁਪਨਾ ਸੀ ਤੇ ਪੀਲੂ ਦੇ ਛਿਲਕੇ ਨਹੀਂ ਸੀ ਮਿਲਣੇ ਚਾਹੀਦੇ, ਜੇ ਹਕੀਕਤ ਸੀ ਇੱਕ ਰਾਤ 'ਚ ਇੰਨੇ ਜਨਮ ਨਹੀਂ ਹੋ ਸਕਦੇ। ਤੇ ਕਲਗੀਧਰ ਪਾਤਸ਼ਾਹ ਨੇ ਕਿਹਾ, ਗੁਰੂ ਸਾਹਿਬ ਦੇ ਅੰਮ੍ਰਿਤ ਬਚਨ ਹਨ,
कि धर्म राय दर कागद फारे जन नानक लेखा समझा। जो लेखे नूं समझ आइए, गुरु नानक दे घर दी मर्यादा है, तेरे सारे जन्म एक सपने च कटा दिते, रात दे विच इन्ने जन्म तू उवें भोगने सी, तू गुरु नानक दे घर दी सेवा कीती है। एवें नहीं गुरु अमरदास ने आख दिता, तेरी सेवा तेरी सेवा तेरी सेवा, 3 बार कहा, जिस तू आप कराहे। बीज बीजिया सी किन्ने? उन्हां दे दादे ने, जोध राय ने, गुरु हरगोबिंद साहब दे चरण परसे सी, ते उत्थे आके बीज नूं फड़ लग्या। भाई समीर दिए जन्म मरण दे बंधन कटे गए। आप 12 साल सेवा करके गुरु साहब ने कहा, सतगुरु की सेवा सफल है, जे को करे चित लाए, मन चिंदियां फल पावना, हौमे विचों जाए। कल आप नाल मैं अगाह दा इतिहास विचार करांगा कि किवें इत्थे फिर गनी खां ते नबी खां आउंदे हन, किवें उच्च दा पीर बना के लैके जाते हैं, किवें दिलावर खां शनाखत करता है, तो किवें अगे जाके भाई नगाईया जी गुरु साहब नूं घोड़ा भेंट करता, भाई मनी सिंह दा वड्डा भराता, किवें डल्ले कोल जाते हैं, किवें खदराणे की ढाब की जंग लड़के मुक्तसर साहब का नाम देंदे हैं। दूसरा पक्ष विचारांगे किवें छोटे साहिबजादियां दी शहादतां होंदियां। अज इन्ने बचन करते हुए समा समाप्ति है, समाप्ति वाल जा रहा, वक्त विचारे सो बंदा होए दे महावाका अनुसार कोई बचन वध घट बोलिया गया होवे। गुरु रूप साध संगत ते गुरु ग्रंथ साहिब जी महाराज बख्शण जोगान। बुलाओ फतेह जी। वाहिगुरु जी का खालसा, वाहिगुरु जी की फतेह।